ਕਿ ਅਸੀਂ 22 ਸਾਲ ਅਕਾਲੀ ਦਲ ਦੇ ਨਾਲ ਸਮਝੌਤਾ ਰੱਖਿਆ। ਪਿੰਡਾਂ ਵੱਲ ਨੂੰ ਅਸੀਂ ਜਦੋਂ ਜਾਂਦੇ ਸੀ ਤਾਂ ਅਕਾਲੀ ਦਲ ਸਾਨੂੰ ਸਿੱਧਾ ਸਿੱਧਾ ਹੀ ਕਹਿੰਦਾ ਸੀ ਕਿ ਦੇਖੋ ਤੁਹਾਡਾ ਕੰਮ ਸ਼ਹਿਰਾਂ ਦਾ ਹੈ ਤੇ ਤੁਸੀਂ ਆਪਣਾ ਕੰਮ ਸ਼ਹਿਰਾਂ ਵੱਲ ਨੂੰ ਰੱਖੋ ਤੇ ਪਿੰਡਾਂ ਦਾ ਕੰਮ ਸਾਨੂੰ। ਔਰ ਇਹੀ ਕਾਰਨ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਕਿਸਾਨ ਅੰਦੋਲਨ ਨਹੀਂ ਹੈ। ਔਰ ਇੱਥੇ ਜਿਨ੍ਹਾਂ ਨੂੰ ਅਸੀਂ ਕਮਾਂਡ ਸੰਭਾਲੀ ਸੀ ਉਹਨਾਂ ਨੇ ਸਾਡੇ ਨਾਲ ਵਿਸ਼ਵਾਸਘਾਤ ਵੀ ਕੀਤਾ। ਅਸੀਂ ਉਸ ਧਰਮ ਨੂੰ ਨਿਭਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਸੈਕਰੀਫਾਈ ਵੀ ਕੀਤੀਆਂ, ਪਰ ਅਸੀਂ ਆਪਣਾ ਗਠਬੰਧਨ ਧਰਮ ਨਿਭਾਉਣ ਦੇ ਵਿੱਚ ਕਿਤੇ ਵੀ ਅਧਰਮੀ ਨਹੀਂ ਕੀਤੀ। ਔਰ ਉਹ ਅੱਜ ਗਠਬੰਧਨ ਤੋੜ ਕੇ ਉਹਨਾਂ ਨੇ ਵਿਸ਼ਵਾਸਘਾਤ ਕੀਤਾ ਹੈ। ਦੇਖੋ ਅੱਜ ਜਿਹੜਾ ਜਿਹਨੂੰ ਤੁਸੀਂ ਕਿਸਾਨ ਔਰ ਅੰਦੋਲਨਕਾਰੀ ਕਹਿ ਰਹੇ ਹੋ, ਕਿਸਾਨ ਅੱਜ ਆਪਣੇ ਖੇਤਾਂ 'ਚ ਆਪਣੀ ਮਿਹਨਤ ਦੇ ਨਾਲ ਕੰਮ ਕਰ ਰਿਹਾ। ਮੰਡੀਆਂ 'ਚ ਉਹਨਾਂ ਦੀ ਫਸਲ ਜੋ ਕੇਂਦਰ ਸਰਕਾਰ ਵੱਲੋਂ ਪੈਸਾ ਭੇਜਿਆ ਗਿਆ ਪੰਜਾਬ ਸਰਕਾਰ ਨੂੰ, ਉਹਦੇ ਨਾਲ ਖਰੀਦ ਫਰੋਖਤ ਹੋ ਰਹੀ ਹੈ ਔਰ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ। ਅਸੀਂ ਜਿੰਨੀ ਵੀ ਜਗ੍ਹਾ ਤੇ ਗਏ ਤੇ ਮੋਰੇ ਅੰਦੋਲਨਕਾਰੀ ਜਿਹੜੇ ਬੈਠੇ ਸੀ ਉਹ ਕਿਸਾਨ ਰਾਜਨੀਤਿਕ ਪਾਰਟੀਆਂ ਦੇ ਲੋਕ ਨੇ। ਔਰ ਜੇ ਉਹ 10 ਰੁਪਏ ਕੀਤਾ ਹੈ ਤਾਂ 10 ਰੁਪਏ ਹੀ ਉਹਨੂੰ ਕਿਸਾਨ ਨੂੰ ਦੇਣੇ ਪੈਣਗੇ, ਭਾਵੇਂ ਮੰਡੀ ਦੇ ਵਿੱਚ 9 ਰੁਪਏ ਹੋਵੇ, 8 ਰੁਪਏ ਹੋਵੇ, 7 ਰੁਪਏ, ਉਹਦੇ ਨਾਲ ਕਿਸਾਨ ਦਾ ਕੋਈ ਲੈਣਾ ਦੇਣਾ ਨਹੀਂ। ਤੇ ਜੋ ਮਾਰਕੀਟ 'ਚ ਪਾਇਆ ਕੰਟਰੈਕਟਰ ਨੂੰ ਕਿਸਾਨ ਨੂੰ ਉਹੀ ਭਾਅ ਪੇ ਕਰਨਾ ਪੈਣਾ। ਜੇ 12 ਰੁਪਏ ਹੋ ਗਿਆ ਤਾਂ 12 ਦੇਗਾ, ਜੇ 15 ਹੋ ਗਿਆ ਤਾਂ 15 ਦੇਗਾ। ਡਕਾਰਨ ਵਾਲੇ ਮਹਿਕਮੇ ਬਣਾ ਕੇ ਤੁਸੀਂ ਕਿਸਾਨਾਂ ਦੇ ਹਿਤੈਸ਼ੀ ਬਣ ਜਾਓ, ਮੋਟੀਆਂ ਰਕਮਾਂ ਡਕਾਰ ਕੇ ਆਪਣੀ ਰਾਜਨੀਤੀਆਂ ਕਰੋ ਔਰ ਤੁਸੀਂ ਕਹੋ ਕਿ ਅਸੀਂ ਕਿਸਾਨਾਂ ਦੇ ਹਿੱਤ ਹੈ। ਐਸਾ ਨਹੀਂ ਹੈ। ਕਿਸਾਨਾਂ ਨੂੰ ਆਪਣੀਆਂ ਅੱਖਾਂ ਖੋਲਣੀਆਂ ਚਾਹੀਦੀਆਂ। ਔਰ ਇਹਨਾਂ ਨੂੰ ਸਿਰਫ ਚਿੰਤਾ ਇਹ ਨਹੀਂ ਹੈ ਕਿ ਕਿਸਾਨ ਦਾ ਕੀ ਨੁਕਸਾਨ ਹੋ ਰਿਹਾ, ਚਿੰਤਾ ਇਹ ਹੈ ਕਿ ਸਾਡੀ ਡਕਾਰਨ ਵਾਲੀ ਰਕਮ ਉਹ ਸਿੱਧੀ ਕਿਸਾਨਾਂ ਦੇ ਸਾਹਮਣੇ ਆ ਜਾਣੀ ਹੈ। ਇਹ ਕਾਰਨ ਜਿਹੜੇ ਆ ਇਹ ਵਿਰੋਧ ਕਰਦੇ ਆ। ਹੋਰ ਕਾਰਨ ਅੱਜ ਜਿਹੜੀਆਂ ਚਾਰ ਮੰਨ ਲਓ ਠੱਗਾਂ ਦੇ ਰੂਪ 'ਚ ਕੰਮ ਕਰ ਰਿਹਾ। ਅੱਜ ਕਾਂਗਰਸ ਠੱਗਾਂ ਦੇ ਰੂਪ 'ਚ ਕੰਮ ਕਰ ਰਹੀ ਹੈ। ਅੱਜ ਅਕਾਲੀ ਦਲ ਠੱਗ ਦੇ ਰੂਪ 'ਚ ਉਹ ਕੰਮ ਕਰ ਰਹੀ ਹੈ। ਅੱਜ ਆਮ ਆਦਮੀ ਪਾਰਟੀ ਠੱਗ ਦੇ ਰੂਪ 'ਚ ਕਰ ਰਹੀ ਹੈ। ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਵੀ ਕਹਾਂਗਾ, ਅਗਰ ਕਿਤੇ ਭੁਲੇਖਾ ਹੈ ਤਾਂ ਸਾਨੂੰ ਕਿਸੇ ਨੂੰ ਵੀ ਬੁਲਾ ਲੈਣ, ਅਸੀਂ ਆਉਣ ਨੂੰ ਤਿਆਰ ਹਾਂ। ਜਾਂ ਤਾਂ ਅਸੀਂ ਉਹਨਾਂ ਨੂੰ ਆਪਣੀ ਗੱਲ ਕਨਵਿੰਸ ਕਰ ਲਾਂਗੇ ਜਾਂ ਉਹ ਸਾਨੂੰ ਕਨਵਿੰਸ ਕਰ ਦੇਣ। ਔਰ ਜੇ ਸਾਨੂੰ ਇਹ ਕਨਵਿੰਸ ਕਰ ਦੇਣ ਕਿ ਤੁਹਾਡਾ ਜਿਹੜਾ ਕਾਨੂੰਨ ਹੈ ਸਾਡੇ ਫਲਾਨੀ ਲਾਈਨ ਫਲਾਨੀ ਜਗ੍ਹਾ ਤੇ ਸਾਨੂੰ ਨੁਕਸਾਨ ਦੇ ਸਕਦਾ ਤੇ ਅਸੀਂ ਕਿਸਾਨਾਂ ਦੇ ਹਿਤਕਾਰੀ ਹਾਂ। ਕਿਸਾਨ ਅਤੇ ਪੰਚਾਇਤਾਂ ਦੇ ਨੁਮਾਇੰਦੇ ਪੰਚਾਇਤਨਾਮਾ ਦੇ ਇਸ ਖਾਸ ਸ਼ੋਅ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਭਾਜਪਾ ਦੇ ਉਸ ਨੇਤਾ ਨੂੰ ਤੁਹਾਡੇ ਰੂਬਰੂ ਕਰਾ ਰਹੇ ਹਾਂ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਦੌਰਾਨ ਸਭ ਤੋਂ ਵੱਧ ਸਰਗਰਮ ਔਰ ਸਭ ਤੋਂ ਵੱਧ ਚਰਚਿਤ ਹੋਏ। ਪੂਰਵ ਮੰਤਰੀ, ਪੂਰਵ ਸੰਸਦ ਔਰ ਭਾਜਪਾ ਦੇ ਬਹੁਤ ਵੱਡੇ ਦਲਿਤ ਚਿਹਰੇ ਸ਼੍ਰੀ ਵਿਜੇ ਸਾਂਪਲਾ ਜੀ ਅੱਜ ਪੰਚਾਇਤਨਾਮਾ ਦੇ ਸਟੂਡੀਓ 'ਚ ਨੇ। ਮੈਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਔਰ ਆਪਣੇ ਦਰਸ਼ਕਾਂ ਦੇ ਰੂਬਰੂ ਕਰਦੇ ਹੋਏ ਬਹੁਤ ਸਾਨੂੰ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ। ਸਾਂਪਲਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲ ਆਉਣ ਲਈ ਔਰ ਲੋਕਾਂ ਵਾਸਤੇ ਅਵੇਲੇਬਲ ਹੋਣ ਲਈ। ਤੁਹਾਡਾ ਵੀ ਧੰਨਵਾਦ ਤੇ ਪੰਚਾਇਤਨਾਮਾ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਂਪਲਾ ਜੀ ਤੁਸੀਂ ਬਹੁਤ ਮਿਹਨਤ ਨਾਲ ਲੱਗੇ ਹੋਏ ਹੋ ਔਰ ਜੋ ਕੇਂਦਰੀ ਕਮਾਨ ਨੇ ਭਾਜਪਾ ਨੇ ਤੁਹਾਨੂੰ ਹਦਾਇਤਾਂ ਜਾਰੀ ਕੀਤੀਆਂ, ਸਭ ਨੂੰ ਹਦਾਇਤਾਂ ਜੋ ਜਾਰੀ ਹੋਈਆਂ ਨੇ ਉਹਨਾਂ ਦਾ ਅੱਛੀ ਤਰ੍ਹਾਂ ਨਾਲ ਪਾਲਣ ਕਰ ਰਹੇ ਹੋ। ਕੀ ਮੁਸ਼ਕਿਲ ਆ ਰਹੀ ਹੈ ਔਰ ਇਹ ਕੀ ਕਾਰਨ ਹੈ ਕਿ ਪੰਜਾਬ ਦਾ ਕਿਸਾਨ ਭਾਜਪਾ ਦੇ ਪੁਆਇੰਟ ਆਫ ਵਿਊ ਨੂੰ ਸਮਝ ਨਹੀਂ ਪਾ ਰਿਹਾ? ਇਹਦੇ ਪਿੱਛੇ ਕੀ ਕਰਨਾ? ਤਾਂ ਪਹਿਲਾਂ ਤਾਂ ਇਹ ਹੈ ਕਿ ਵੀ ਇਹ ਕਿਤੇ ਕਿਸੇ ਦੀ ਡਿਊਟੀ ਲਾਉਣ ਵਾਲਾ ਕੰਮ ਨਹੀਂ। ਇਹ ਤਾਂ ਇੱਕ ਆਦਮੀ ਨੂੰ ਹਰੇਕ ਦੀ ਆਪਣੀ ਇੱਕ ਡਿਊਟੀ ਕਰਤੱਵ ਹੁੰਦਾ ਕਿ ਅਸੀਂ ਕਿਸ ਕਰਤੱਵ ਨੂੰ ਨਿਭਾ ਰਹੇ ਹਾਂ ਔਰ ਜੇ ਅਸੀਂ ਸਾਨੂੰ ਉਹ ਕੰਮ ਠੀਕ ਲੱਗਦਾ ਤਾਂ ਉਹਦੀ ਪੁਰਜੋਰ ਸਿਫਾਰਿਸ਼ ਔਰ ਪੂਰੀ ਤਰ੍ਹਾਂ ਉਹਦੀ ਜਿਹੜੀ ਜਨਤਾ ਦੇ ਵਿੱਚ ਸਹੀ ਪੱਖ ਵੀ ਰੱਖ ਹੋਵੇ, ਇਹਦੀ ਵਿਚਿੰਤਾ ਸਾਨੂੰ ਕਰਨੀ ਹੁੰਦੀ ਹੈ। ਸਾਡਾ ਸਿਰਫ ਇੱਕੋ ਹੀ ਇੱਕ ਕਾਰਨ ਜਿਹੜਾ ਅਸੀਂ ਆਪਣੇ ਆਪ ਨੂੰ ਸਮਝਦੇ ਸਾਡੀ ਘਾਟ ਰਹੀ ਕਿ ਅਸੀਂ 22 ਸਾਲ ਅਕਾਲੀ ਦਲ ਦੇ ਨਾਲ ਸਮਝੌਤਾ ਰੱਖਿਆ ਔਰ 22 ਸਾਲਾਂ ਦੇ ਵਿੱਚ ਜਿਹੜੇ ਸਭ ਤੋਂ ਵੱਡੇ ਸਾਨੂੰ ਇਹ ਕਿ ਅਸੀਂ ਕਦੀ ਪਿੰਡਾਂ ਦੇ ਵਿੱਚ ਗਏ ਨਹੀਂ ਜਾਂ ਅਸੀਂ ਇਹ ਕਹਿ ਲਈਏ ਕਿ ਸਾਨੂੰ ਜਾਣ ਨਹੀਂ ਦਿੱਤਾ। ਪਿੰਡਾਂ ਵਾਲਾ ਪੱਖ ਉਹਨੇ ਸੰਭਾਲ ਲਿਆ। ਪਿੰਡਾਂ ਵੱਲ ਨੂੰ ਅਸੀਂ ਜਦੋਂ ਜਾਂਦੇ ਸੀ ਤਾਂ ਅਕਾਲੀ ਦਲ ਸਾਨੂੰ ਸਿੱਧਾ ਸਿੱਧਾ ਹੀ ਕਹਿੰਦਾ ਸੀ ਕਿ ਦੇਖੋ ਤੁਹਾਡਾ ਕੰਮ ਸ਼ਹਿਰਾਂ ਦਾ ਹੈ
ਤੇ ਤੁਸੀਂ ਆਪਣਾ ਕੰਮ ਸ਼ਹਿਰਾਂ ਵੱਲ ਨੂੰ ਰੱਖੋ ਤੇ ਪਿੰਡਾਂ ਦਾ ਕੰਮ ਸਾਨੂੰ ਦਿਓ। ਔਰ ਨਾ ਤਾਂ ਕਦੀ ਸਾਨੂੰ ਰੂਰਲ ਡਿਵੈਲਪਮੈਂਟ ਦੇ ਵਿੱਚ ਕੰਮ ਕਰਨ ਦਿੱਤਾ, ਨਾ ਸਾਨੂੰ ਜਿਹੜੀਆਂ ਕਿਸਾਨੀ ਜਾਂ ਪਿੰਡਾਂ ਦੇ ਨਾਲ ਜਿਹੜੀਆਂ ਰਿਲੇਟਡ ਸੀਗੀਆਂ ਕੋਈ ਸੰਸਥਾਵਾਂ ਨੇ, ਜਿੱਦਾਂ ਪਨ ਸੀਡ ਹੋ ਗਿਆ, ਪਨ ਗ੍ਰੇਨ ਹੋ ਗਿਆ, ਪਨਸਪ ਹੋ ਗਿਆ, ਮਾਰਕਫੈਡ ਹੋ ਗਿਆ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸੀ ਉਹਨਾਂ ਵੱਲ ਦੇ ਵੀ ਨਹੀਂ ਕੀਤਾ। ਜਾਂ ਪੰਜਾਬ ਐਗਰੋ ਕਹਿ ਲਈਏ, ਪੰਜਾਬ ਐਗਰੋ ਵੀ ਬੜਾ ਅੱਛਾ ਜਿਹੜਾ ਸੀ ਕਿ ਉਹ ਉਹਨਾਂ ਵੱਲ ਜਿਹੜਾ ਸਾਡਾ ਧਿਆਨ ਕਦੀ ਜਾਣ ਨਹੀਂ ਦਿੱਤਾ, ਕਿਉਂਕਿ ਸਾਨੂੰ ਅਸੀਂ ਬੜਾ ਕਿਹਾ ਵੀ, ਸਾਨੂੰ ਕਈ ਵਾਰੀ 2-4 ਵਾਰੀ ਕਿਹਾ ਵੀ, ਤਾਂ ਉਹਨੂੰ ਸਿੱਧਾ ਕਿਹਾ ਨਹੀਂ ਇਹ ਤਾਂ ਸਾਡਾ ਹੀ ਖੇਤਰ ਹੈ। ਔਰ ਸਾਡੀ ਕੇਂਦਰ ਦੀ ਜਿਹੜੀ ਹਾਈ ਕਮਾਂਡ ਸੀ ਉਹਨੇ ਵੀ ਇੱਕ ਪੂਰਨ ਰੂਪ 'ਚ ਵਿਸ਼ਵਾਸ ਜਿਹੜਾ ਸੀ ਉਹ ਅਕਾਲੀ ਦਲ ਤੇ ਕੀਤਾ, ਔਰ ਉਸ ਵਿਸ਼ਵਾਸ ਨੂੰ ਹੀ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਅਕਾਲੀ ਦਲ ਨੇ ਸਾਡੇ ਨਾਲ ਵਿਸ਼ਵਾਸਘਾਤ ਵੀ ਕੀਤਾ। ਔਰ ਇਹੀ ਕਾਰਨ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਕਿਸਾਨ ਅੰਦੋਲਨ ਨਹੀਂ ਹੈ, ਔਰ ਇੱਥੇ ਜਿਨ੍ਹਾਂ ਨੂੰ ਅਸੀਂ ਕਮਾਂਡ ਸੰਭਾਲੀ ਸੀ ਉਹਨਾਂ ਨੇ ਸਾਡੇ ਨਾਲ ਵਿਸ਼ਵਾਸਘਾਤ ਵੀ ਕੀਤਾ। ਔਰ ਪਹਿਲਾਂ ਉਹੀ ਕਹਿੰਦੇ ਰਹੇ ਕਿ ਬਹੁਤ ਵਧੀਆ, ਫਿਰ ਉਹਨਾਂ ਨੇ ਜਾ ਕੇ ਉਹਨਾਂ ਨੇ ਕਹਿ ਦਿੱਤਾ ਕਿ ਲਾਸਟ ਮੂਮੈਂਟ ਤੇ ਜਦੋਂ ਉਹਨਾਂ ਦੀ ਸਾਨੂੰ ਲੋੜ ਸੀ ਤੇ ਇੱਕ ਜਿਹੜਾ ਧੋਖਾ ਦੇ ਜਾਂਦਾ ਹੈ ਉਹਦਾ ਕਿੱਡਾ ਬੜਾ ਹੁੰਦਾ ਨੁਕਸਾਨ ਹੁੰਦਾ। ਇਹ ਤੁਸੀਂ ਵੀ ਸਮਝਦੇ ਹੋ ਕਿ ਹਰੇਕ ਦੀ ਜ਼ਿੰਦਗੀ 'ਚ ਬੜੇ ਐਸੇ ਲਮਹੇ ਹੁੰਦੇ ਜਿਨ੍ਹਾਂ ਤੇ ਬਹੁਤ ਵਿਸ਼ਵਾਸ ਕੀਤਾ ਹੁੰਦਾ। ਉਹਦੇ ਨਾਲ ਇੱਕ ਰਿਲੇਟਡ ਸਵਾਲ ਇਹ ਹੈ ਕਿ ਉਹਨਾਂ ਨੇ ਸਿਰਫ ਇਹ ਤਾਂ ਕਿਹਾ ਕਿ ਇਹ ਚੰਗਾ ਵਾ, ਲੇਕਿਨ ਉਹ ਚੰਗੇ ਪਕਸ਼ ਜਿਹੜੇ ਸੀਗੇ ਉਹ ਤਰਕ ਨਾਲ ਨਹੀਂ ਜਨਤਾ ਦੇ ਸਾਹਮਣੇ ਰੱਖੇ। ਉਹ ਇੱਕ ਲੌਜੀਕਲੀ ਚੀਜ਼ ਹੁੰਦੀ ਹੈ ਨਾ। ਐਸਾ ਨਹੀਂ ਹੈ। ਜਦੋਂ ਸਰਵਦਲੀय ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਕੈਪਟਨ ਸਾਹਿਬ ਵੀ ਸੀ, ਬੀਜੇਪੀ ਦੇ ਸਾਡੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਸੀ, ਅਕਾਲੀ ਦਲ ਵੀ ਗਿਆ ਸੀ, ਆਮ ਆਦਮੀ, ਸਾਰੀਆਂ ਪਾਰਟੀਆਂ ਸੀ, ਔਰ ਉਹਦੇ 'ਚ ਬੜਾ ਜ਼ੋਰ ਸ਼ੋਰ ਦੇ ਨਾਲ ਇਹਨਾਂ ਨੇ ਉਹਦਾ ਵਕਾਲਤ ਵੀ ਕੀਤੀ ਸੀ। ਔਰ ਜਿਹੜੀ ਮੰਤਰੀ ਸੀ, ਕਿਉਂਕਿ ਦੇਖੋ ਕੋਈ ਵੀ ਫੈਸਲਾ ਲੈਂਦੇ ਆ, ਇੱਕ ਤਾਂ ਹੁੰਦਾ ਪਾਰਟੀ ਦੇ ਲੈਵਲ ਤੇ ਅਲੱਗ ਹੋ ਜਾਂਦਾ, ਪਰ ਸਰਕਾਰ ਦਾ ਜਿਹੜਾ ਫੈਸਲਾ ਹੁੰਦਾ ਉਹ ਹਰ ਛੋਟੀ ਤੋਂ ਛੋਟੀ ਮੀਟਿੰਗ ਦੇ ਵਿੱਚ ਵੀ ਕੈਬਨਿਟ ਦਾ ਮੰਤਰੀ ਜਿਹੜਾ ਆ ਉਹ ਹਿੱਸੇਦਾਰ ਹੁੰਦਾ। ਔਰ ਜਦੋਂ ਜਿਹੜੇ ਕਹਿੰਦੇ ਕਿ ਅਸੀਂ ਲਾਗੂ ਕੀਤਾ ਤੇ ਉਹ ਪਹਿਲਾਂ ਜਿਹੜਾ ਸੀ ਕੈਬਨਿਟ 'ਚ ਲਾਗੂ ਹੋਇਆ ਸੀ। ਕੈਬਨਿਟ ਨਹੀਂ ਕੀਤਾ ਕਿਉਂਕਿ ਕਰੋਨਾ ਕਰਕੇ ਸੀ, ਉਦੋਂ ਵੀ ਲੋਕ ਸਭਾ ਚੱਲ ਨਹੀਂ ਸੀ ਰਹੀ। ਫਿਰ ਲੋਕ ਸਭਾ 'ਚ ਵੀ ਲਿਆਂਦਾ, ਔਰ ਲੋਕ ਸਭਾ ਦੇ ਚਲਦਿਆਂ ਹੀ ਲਾਸਟ ਮੂਮੈਂਟ ਦੇ ਉੱਤੇ ਇਹਨਾਂ ਨੇ ਪਾਸਾ ਪਰਤਿਆ। ਔਰ ਜਿਹੜਾ ਕੰਮ ਉਹਨਾਂ ਨੂੰ ਦਿੱਤਾ ਸੀ ਉਹਨਾਂ ਨੇ, ਜਦੋਂ ਤੁਹਾਡਾ ਨਾਲ ਦਾ ਸਾਥੀ ਜਿਹਦੇ ਤੇ ਤੁਸੀਂ ਵਿਸ਼ਵਾਸ ਕੀਤਾ ਹੋਵੇ, ਜਦੋਂ ਵਿਸ਼ਵਾਸਘਾਤ ਕਰ ਜਾਂਦਾ ਤੇ ਚਾਹੇ ਵਪਾਰ 'ਚ ਹੋਵੇ ਚਾਹੇ ਕਾਰੋਬਾਰ 'ਚ ਵੀ ਕਿਤੇ, ਤੇ ਕਿੰਨਾ ਬੜਾ ਘਾਟਾ ਔਰ ਉਹਨੂੰ ਪੂਰਾ ਕਰਨ ਨੂੰ ਬਹੁਤ ਵੱਡਾ ਟਾਈਮ ਲੱਗਦਾ। ਔਰ ਇਹੀ ਅੱਜ ਸਾਡੇ ਸਾਹਮਣੇ ਇਹ ਸਮੱਸਿਆ ਖੜੀ ਵੀ ਹੈ। ਦੇਖੋ, ਜਦੋਂ 2017 ਦੇ ਇਲੈਕਸ਼ਨ ਹੋਏ ਆ ਉਸਦੇ ਵਿੱਚ ਜਿਹੜੀ ਅਕਾਲੀਆਂ ਦੀ ਪਰਫਾਰਮੈਂਸ ਕਰਕੇ ਬੀਜੇਪੀ ਦਾ ਬਹੁਤ ਵੱਡਾ ਲਾਸ ਹੋਇਆ। ਅੱਛਾ ਕੰਮ ਕਰਨ ਵਾਲੇ ਜਿਹੜੇ ਐਮਐਲਏ ਸੀਗੇ ਬੀਜੇਪੀ ਦੇ ਉਹ ਵੀ ਹਾਰ ਗਏ, ਇਸ ਕਰਕੇ ਕਿਉਂਕਿ ਅਕਾਲੀ ਦਲ ਦਾ ਔਰ ਭਾਜਪਾ ਦਾ ਸਾਥ ਸੀ। ਔਰ ਇਸ ਪਰਫਾਰਮੈਂਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਸ਼ਾਇਦ ਇਹ ਦੋਨੇ ਦਲ ਆਪਸ ਵਿੱਚ ਨਹੀਂ ਲੰਬਾ ਚੱਲ ਪਾਣਗੇ, ਪਰ ਇਹ ਜਿਸ ਮੋੜ ਤੇ ਵਿਦਾਈ ਹੋਈ ਹੈ ਉਹ ਮੋੜ ਇੰਨਾ ਸੁਖਦ ਨਹੀਂ ਕਿਹਾ ਜਾ ਸਕਦਾ ਕਿ 22 ਸਾਲ ਦੇ ਸਫ਼ਰ ਤੋਂ ਬਾਅਦ ਇੱਕਦਮ ਪਬਲਿਕ ਪ੍ਰੈਸ਼ਰ 'ਚ ਆ ਕੇ ਔਰ ਉਹਨਾਂ ਨੇ ਜਿੱਦਾਂ ਬੈਕਆਊਟ ਕੀਤਾ ਉਹਦਾ ਹੁਣ ਭਾਜਪਾ ਉਸ ਚੀਜ਼ ਨੂੰ, ਜਿਹੜਾ ਕਿ ਤੁਸੀਂ ਪਹਿਲਾਂ ਕਿਹਾ ਕਿ ਪਿੰਡਾਂ ਦੇ ਵਿੱਚ ਸਾਨੂੰ ਪਹਿਲਾਂ ਜਾਣ ਦਾ ਮੌਕਾ ਨਹੀਂ ਮਿਲਿਆ, ਸਾਨੂੰ ਜਾਣ ਦਿੱਤਾ ਹੀ ਨਹੀਂ ਗਿਆ, ਰਾਦਰ ਇਹ ਵੀ ਕਹਿ ਸਕਦੇ ਆ, ਹੁਣ ਇਸ ਚੀਜ਼ ਨੂੰ ਕਿੱਦਾਂ ਪਿਕਅਪ ਕਰੋਗੇ? ਤਾਂ ਉਹ ਹਰ ਸਮੇਂ ਦੇ ਨਾਲ ਹਰ ਚੀਜ਼ ਜਿਹੜੀ ਹੁੰਦੀ ਆ। ਪਰ ਮੈਂ ਜਿਹੜੀ ਪਹਿਲਾਂ ਤੁਸੀਂ ਇੱਕ ਪਿਛਲੇ 2017 ਦੀ ਗੱਲ ਕੀਤੀ ਜਾਂ ਉਸ ਤੋਂ ਬਾਅਦ ਤੁਸੀਂ ਸ਼ੰਕਾ ਜ਼ਾਹਰ ਕੀਤੀ, ਮੈਂ ਤਾਂ ਮੇਰਾ 20 ਸਾਲ ਦਾ ਜਿਹੜਾ ਐਕਟਿਵ ਜਿਹੜਾ ਪੋਲਿਟਿਕਸ ਦਾ ਜਿਹੜਾ ਜੀਵਨ ਹੈਗਾ, ਕਿਉਂਕਿ ਉਸ ਤੋਂ ਪਹਿਲਾਂ ਮੈਂ ਰਾਜਨੀਤੀ 'ਚ ਰਿਹਾ, ਪਰ ਐਕਟਿਵ ਸਟੇਟ ਪੋਲਿਟਿਕਸ 'ਚ ਮੈਨੂੰ 2000 ਤੋਂ ਹੀ ਸ਼ੁਰੂ ਹੋਇਆ, ਯਾਨੀ 20 ਸਾਲ ਦਾ ਹੋ ਗਿਆ। ਜਦੋਂ ਦਲਿਤ ਬੋਲਿਆ ਸਿੰਘਾਸਣ ਡੋਲਿਆ ਉਹ 2003 ਦਾ ਕੇਸ ਹੈ। ਉਸ ਤੋਂ ਪਹਿਲਾਂ ਮਤਲਬ 2000 'ਚ ਮੈਂ ਸ਼ੁਰੂ ਹੋ ਗਿਆ, ਜਦੋਂ ਮੈਂ ਐਸਸੀ ਮੋਰਚਾ ਪੰਜਾਬ ਦਾ ਪ੍ਰਧਾਨ ਬਣਿਆ ਸੀ, ਉਸ ਤੋਂ ਮੈਂ ਆਪਣੀ ਸ਼ੁਰੂ ਕੀਤੀ ਸੀ। ਪਰ ਮੈਂ ਜਦੋਂ ਦਾ ਵੀ ਇਸ ਪੰਜਾਬ ਦੀ ਰਾਜਨੀਤੀ 'ਚ ਆਇਆ, ਸ਼ੁਰੂ ਵੀ ਕੀਤੀ, ਉਦੋਂ ਤੋਂ ਲੈ ਕੇ ਹੁਣ ਤੱਕ ਸਾਨੂੰ ਅਖੀਰ ਤੱਕ ਹਮੇਸ਼ਾ ਮੀਡੀਆ ਨੇ ਪੁੱਛਿਆ ਕਿ ਤੁਹਾਡਾ ਕਦੋਂ ਮਤਲਬ ਮੀਡੀਆ ਨੂੰ ਜ਼ਿਆਦਾ ਇੱਛਾ ਸੀ ਕਿ ਕਦੋਂ ਟੁੱਟਣ ਦਾ ਸਾਨੂੰ ਸੰਦੇਸ਼ ਆਵੇ। ਔਰ ਹਰ ਵਾਰੀ ਅਸੀਂ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ ਔਰ 9 ਮਾਸ ਦਾ ਰਿਸ਼ਤੇ ਨੂੰ ਅਸੀਂ ਨਿਭਾਇਆ ਵੀ ਆ। ਔਰ ਤੁਸੀਂ ਬਹੁਤ ਸਾਰੇ ਐਸੇ ਸਮੇਂ ਦੇਖੇ ਹੋਣਗੇ ਕਿ ਜਦੋਂ ਸਾਨੂੰ ਮੀਡੀਆ ਦੇ ਹੀ ਨਹੀਂ ਲੋਕ ਆਣ ਕੇ ਕਹਿੰਦੇ ਸੀ ਕਿ ਤੁਸੀਂ ਇੰਨੇ ਦਬ ਕੇ ਕਿਉਂ ਕੰਮ ਕਰ ਰਹੇ, ਪਰ ਕਿਉਂਕਿ ਇੱਕ ਗਠਬੰਧਨ ਧਰਮ ਹੁੰਦਾ ਹੈ। ਬਿਲਕੁਲ ਅਸੀਂ ਉਸ ਧਰਮ ਨੂੰ ਨਿਭਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਸੈਕਰੀਫਾਈ ਵੀ ਕੀਤੀਆਂ। ਸਾਨੂੰ 2017 ਦੇ ਵਿੱਚ ਤਾਂ ਲੋਕ ਇਹ ਕਹਿਣ ਲੱਗ ਪਏ ਸੀ ਕਿ ਜੇ ਅਸੀਂ ਤੁਹਾਨੂੰ ਵੋਟ ਦੇਣ ਦਾ ਮਤਲਬ ਹੀ
ਕਿਸੇ ਹੋਰ ਪਾਸੇ ਜਾਣਾ ਹੈ, ਭਾਵ ਅਸੀਂ ਅਕਾਲੀ ਦਲ ਨੂੰ ਹੀ ਦੁਆਰਾ ਕਰਨਾ, ਤਾਂ ਫਿਰ ਅਸੀਂ ਤੁਹਾਡਾ ਸਾਥ ਨਹੀਂ ਦੇਵਾਂਗੇ। ਇਹ ਮੈਸੇਜ ਬਹੁਤ ਵੱਡਾ ਸੀ। ਬਹੁਤ ਵੱਡਾ ਮੈਸੇਜ। ਔਰ ਅਸੀਂ ਉਸ ਵੇਲੇ ਵੀ ਸਾਡੀ ਹਾਈ ਕਮਾਂਡ ਨੇ ਵੀ ਕਿਹਾ ਕਿ ਨਫਾ ਔਰ ਨੁਕਸਾਨ ਕਦੀ ਨਹੀਂ ਦੇਖੀਦਾ। ਜੀ ਜੀ। ਜਦੋਂ ਸਾਡੀ ਭਾਈਚਾਰਕ ਸਾਂਝ ਹੋਵੇ ਤਾਂ ਉਸ ਨੂੰ ਬਹਾਲ ਰੱਖੀਦਾ। ਉਹਦੇ ਤੋਂ ਕਦੀ ਅਸੀਂ ਕਿਤੇ ਨਫਿਆਂ ਦੇ ਲਈ ਜਾਂ ਸੱਤਾ ਦੇ ਲਈ ਕਦੀ ਰਾਜਨੀਤੀ ਕੀਤੀ ਨਹੀਂ ਸੀ। ਅਸੀਂ ਤਾਂ ਸੱਤਾ ਨੂੰ ਠੀਕ ਕਰਨ ਦੇ ਲਈ ਰਾਜਨੀਤੀ ਕਰਦੇ ਸੀਗੇ। ਔਰ ਜੇ ਮੈਂ ਅੱਜ ਮੈਂ ਕਹਾਂ ਇੱਥੋਂ ਬਹੁਤ ਵੱਡੀ ਗੱਲ ਕਹਾਂ, 3 ਵਾਰ ਬਾਦਲ ਸਾਹਿਬ ਨੇ ਸਾਡੇ ਨਾਲ ਸਰਕਾਰ ਬਣੀ, 97 ਤੋਂ ਲੈ ਕੇ ਜੀ ਜੀ। 2002 ਦੀ ਤੇ ਫਿਰ 12 ਤੋਂ ਮਤਲਬ 7 ਤੋਂ 17 ਤੱਕ। ਜੀ ਜੀ। ਉਸ ਤੋਂ ਪਹਿਲਾਂ ਦਾ ਇਤਿਹਾਸ ਦੇਖਿਓ ਤੇ ਜਿੰਨੀਆਂ ਵੀ ਗੈਰ ਕਾਂਗਰਸੀ ਸਰਕਾਰਾਂ ਆਈਆਂ ਉਹ 5 ਸਾਲ ਪੂਰਾ ਕਦੇ ਨਹੀਂ ਕਰਕੇ ਗਈਆਂ। ਸਿਰਫ ਬਾਦਲ ਸਾਹਿਬ ਦੀ ਸਰਕਾਰ ਇੱਕ ਐਸੀ ਰਹੀ ਕਿਉਂਕਿ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਜੋਸ਼ ਦੇ ਨਾਲ ਹੋਸ਼ ਵੀ ਸੀ, ਕਮਿਟਮੈਂਟ ਵੀ ਸੀ। ਔਰ ਬਹੁਤ ਸਾਰੇ ਮੌਕੇ ਐਸੇ ਆਏ ਕਿ ਜਦੋਂ ਅਕਾਲੀ ਦਲ ਟੁੱਟਿਆ ਪਰ ਅਸੀਂ ਆਪਣੀ ਪੂਰੀ ਦ੍ਰਿੜਤਾ ਦੇ ਨਾਲ ਅਕਾਲੀ ਦਲ ਨਾਲ ਖੜੇ ਹੋਏ। ਔਰ ਇਹ ਜਦੋਂ ਅਕਾਲੀ ਦਲ ਆਪਸ ਵਿੱਚ ਟੁੱਟਿਆ, ਚਾਹੇ ਉਹ ਟੌੜਾ ਸਾਹਿਬ ਦੀ ਗੱਲ ਕਰੀਏ ਜਾਂ ਹੋਰ ਕਿਸੇ ਦੀ ਵੀ ਗੱਲ ਕਰੀਏ, ਬਹੁਤ ਸਾਰੇ ਐਸੇ ਮੌਕੇ ਆਏ ਔਰ ਅੱਜ ਵੀ ਦੇਖੀਏ ਤਾਂ ਬਹੁਤ ਸਾਰੇ ਉਹਨਾਂ ਨੂੰ ਛੱਡ ਗਏ। ਪਰ ਅਸੀਂ ਕਦੀ ਵੀ ਇਹ ਨਹੀਂ ਕਿਹਾ, ਅਸੀਂ ਇਹੀ ਕਿਹਾ ਕਿ ਅਸੀਂ ਅਕਾਲੀ ਦਲ ਦੇ ਨਾਲ ਸਮਰਥਨ ਆਪਣਾ ਉਹਦਾ ਸਾਡਾ ਗਠਬੰਧਨ ਹੈ ਔਰ ਅਸੀਂ ਕਿਸੇ ਨੂੰ ਤੋੜ ਕੇ ਸੱਤਾ ਸੁੱਖ ਦੇ ਲਈ ਨਹੀਂ ਹੈ। ਅਸੀਂ ਸਾਡੀ ਕਮਿਟਮੈਂਟ ਹੈ ਔਰ ਉਸ ਕਮਿਟਮੈਂਟ ਨੂੰ ਹੀ ਪੂਰਾ ਕਰਨ ਦੇ ਲਈ ਹੈ। ਭਾਵ ਸਾਡੀਆਂ ਅਸੀਂ ਤਸੀਹੇ ਵੀ ਸਹਿ ਲਏ, ਉਹਨਾਂ ਦੇ ਵੀ ਤਸੀਹੇ ਸਹਿ, ਲੋਕਾਂ ਦੀਆਂ ਵੀ ਜਿਹੜੀਆਂ ਮਿਹਣੇ ਤਾਨੇ ਸੁਣੇ ਆ, ਪਰ ਅਸੀਂ ਆਪਣਾ ਗਠਬੰਧਨ ਧਰਮ ਨਿਭਾਉਣ ਦੇ ਵਿੱਚ ਕਿਤੇ ਵੀ ਅਧਰਮੀ ਨਹੀਂ ਕੀਤੀ। ਔਰ ਉਹ ਅੱਜ ਗਠਬੰਧਨ ਤੋੜ ਕੇ ਉਹਨਾਂ ਨੇ ਸ਼ਿਕਾਇਤ ਕੀਤਾ ਹੈ। ਇਹ ਉਹਨਾਂ ਦਾ ਦੋਸ਼ੀ ਆ। ਅੱਜ ਵੀ ਤੁਸੀਂ ਸਾਡੇ ਸਿਰ ਇਹਦੇ ਤੇ ਨਹੀਂ ਮੜ ਸਕਦੇ। ਇਹ ਤਾਂ ਠੀਕ ਹੈ, ਲੇਕਿਨ ਹੁਣ ਸਵਾਲ ਇਹ ਸਭ ਤੋਂ ਵੱਡਾ ਇਹ ਖੜਾ ਹੋ ਗਿਆ ਕਿ ਭਾਜਪਾ ਪਿੰਡ ਦੇ ਵਿੱਚ ਖੜੇ ਔਰ ਟੋਲ ਪਲਾਜ਼ਿਆਂ ਤੇ ਖੜੇ ਅੰਦੋਲਨ ਦੇ ਰੌਚ ਆਏ ਹੋਏ ਜਿਹੜੇ ਕਿਸਾਨ ਹੈ ਉਹਨਾਂ ਨੂੰ ਕਿੱਦਾਂ ਕਲਟੀਵੇਟ ਕਰੇਗੀ, ਕਿੱਦਾਂ ਸਮਝਾਏਗੀ? ਕਿਉਂਕਿ ਉਹਨਾਂ ਦੇ ਪਿੱਛੇ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਉਹਨਾਂ ਤਾਕਤਾਂ ਨੂੰ ਤੇ ਆਇਡੈਂਟੀਫਾਈ ਕਰਨਾ ਪਏਗਾ। ਔਰ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਅੰਨਦਾਤਾ ਨੇ, ਜਿਨ੍ਹਾਂ ਨੇ ਸਾਡੇ ਖਜ਼ਾਨੇ ਭਰੇ ਹੈ ਅੰਨ ਦੇ ਨਾਲ, ਅੱਜ ਅਗਰ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਿਹਾ ਕਿ ਉਹਨਾਂ ਦਾ ਧੋਖਾ ਹੋ ਰਿਹਾ ਹੈ ਔਰ ਚਾਹੇ ਉਹ ਆਪਣੇ ਤਰਕ ਉਹਨਾਂ ਦੇ, ਤੁਹਾਡਾ ਜਿਹੜਾ ਪਾਰਟੀ ਦਾ ਤਰਕ ਹੈ ਔਰ ਮੋਦੀ ਸਰਕਾਰ ਦਾ ਤਰਕ ਹੈ, ਉਹ ਉਹਨਾਂ ਤੱਕ ਮੈਸੇਜ ਕਿੱਦਾਂ ਜਾਏਗਾ? ਦੇਖੋ ਅੱਜ ਜਿਹੜਾ ਜਿਹਨੂੰ ਤੁਸੀਂ ਕਿਸਾਨ ਔਰ ਅੰਦੋਲਨਕਾਰੀ ਕਹਿ ਰਹੇ ਹੋ, ਕਿਸਾਨ ਅੱਜ ਆਪਣੇ ਖੇਤਾਂ 'ਚ ਆਪਣੀ ਮਿਹਨਤ ਦੇ ਨਾਲ ਕੰਮ ਕਰ ਰਿਹਾ। ਮੰਡੀਆਂ 'ਚ ਉਹਨਾਂ ਦੀ ਫਸਲ ਜੋ ਕੇਂਦਰ ਸਰਕਾਰ ਵੱਲੋਂ ਪੈਸਾ ਭੇਜਿਆ ਗਿਆ ਪੰਜਾਬ ਸਰਕਾਰ ਨੂੰ, ਉਹਦੇ ਨਾਲ ਖਰੀਦ ਫਰੋਖਤ ਹੋ ਰਹੀ ਹੈ ਔਰ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ। ਪਰ ਜਿਹੜੀਆਂ ਰਾਜਨੀਤਿਕ ਪਾਰਟੀਆਂ, ਅਸੀਂ ਜਿੰਨੀ ਵੀ ਜਗ੍ਹਾ ਤੇ ਗਏ ਤੇ ਮੋਰੇ ਅੰਦੋਲਨਕਾਰੀ ਜਿਹੜੇ ਬੈਠੇ ਸੀ ਉਹ ਕਿਸਾਨ ਰਾਜਨੀਤਿਕ ਪਾਰਟੀਆਂ ਦੇ ਲੋਕ ਨੇ। ਅਸੀਂ ਉਹਨਾਂ ਨੂੰ ਬਹੁਤ ਸਾਰੀ ਜਗ੍ਹਾ ਤੇ ਆਇਡੈਂਟੀਫਾਈ ਵੀ ਕਰ ਲਿਆ ਔਰ ਅਸੀਂ ਤਾਂ ਕਈ ਜਗ੍ਹਾ ਤੇ ਤਾਂ ਉਹਨਾਂ ਨੇ ਜਦੋਂ ਅਸੀਂ ਉਹਨਾਂ ਦੀਆਂ ਵੀਡੀਓ ਵੀ ਬਣਾ ਲਈਆਂ ਫਿਰ ਉਹਨਾਂ ਨੇ ਕਿਹਾ ਜੀ ਨਹੀਂ ਜੀ ਮੈਂ ਤਾਂ ਕਿਸਾਨ ਵੀ ਹਾਂ। ਅਰੇ ਵੀ ਇਸ ਤਰ੍ਹਾਂ ਜਿਹੜੇ ਕਿਸਾਨ ਜਿਹੜਾ ਘਟਨਾ ਨਵਾਂ ਸ਼ਹਿਰ ਦੀ ਹੋਈ ਹੈ ਜਿਹੜੀ, ਉਹ ਮੈਂ ਪਹਿਲਾਂ ਦੱਸ, ਅੱਜ ਜਿਹੜੀ ਤੁਸੀਂ ਕਿਹਾ ਕਿ ਪਿੰਡਾਂ 'ਚ ਕਿੱਦਾਂ ਜਾਓਗੇ। ਜੀ ਜੀ ਜੀ। ਦੇਖੋ ਅੱਜ ਦੀ ਡੇਟ 'ਚ ਤਾਂ ਦੇਖੋ ਪਿੰਡਾਂ 'ਚ ਜਾਣ ਦਾ ਸਭ ਤੋਂ ਵੱਡਾ ਤਾਂ ਅੱਜ ਜੇ ਮੈਂ ਕਹਾਂ ਕਿ ਮੀਡੀਆ ਆ ਔਰ ਮੀਡੀਆ ਦੇ ਵਿੱਚ ਵੀ ਪੰਚਾਇਤਨਾਮਾ ਵੀ ਆਪਣਾ ਰੋਲ ਅਦਾ ਕਰੇਗਾ ਕਿ ਇਹ ਅਸੀਂ ਦੱਸ ਦਈਏ ਕਿ ਐਕਟ ਹੈ ਕੀ। ਹਾਂ ਬਿਲਕੁਲ। ਕਿਉਂਕਿ ਅੱਜ ਤੱਕ ਤੁਸੀਂ ਬਹੁਤ ਸਾਰਿਆਂ ਦੀ ਡਿਬੇਟ ਸੁਣੀ ਹੋਊਗੀ, ਪੜ੍ਹਿਆ ਟੀਵੀਆਂ ਤੇ ਵੀ, ਕਿਸੇ ਨੇ ਵੀ ਤੁਹਾਨੂੰ ਇਹ ਨਹੀਂ ਕਿਹਾ ਹੋਣਾ ਕਿ ਇਸ ਦੀ ਫਲਾਨੀ ਧਾਰਾ ਦੇ ਵਿੱਚ ਫਲਾਨੀ ਲਾਈਨ 'ਚ ਨੁਕਸ ਹੈ ਜੀ। ਇਹ ਧਾਰਾ ਇਸ ਐਕਟ ਦੀ ਕਲੌਜ਼ ਨੰਬਰ ਸੋ ਐਂਡ ਸੋ, ਲਾਈਨ ਨੰਬਰ ਸੋ ਐਂਡ ਸੋ ਜਿਹੜੀ ਐਂਟੀ ਕਿਸਾਨ ਹੈ ਐਸੀ ਕਿਸੇ ਨੇ ਦੱਸੀ ਹੈ ਤਾਂ ਮੈਨੂੰ ਦੱਸੋ। ਜਿਨ੍ਹਾਂ ਨੂੰ ਵੀ ਪੁੱਛਦੇ ਆ ਉਹ ਨਹੀਂ ਜੀ, ਇਹ ਤਾਂ ਸ਼ੰਕਾਵਾਂ ਦੇ ਉੱਤੇ, ਪਰਸੈਪਸ਼ਨਸ ਔਰ ਸ਼ੰਕਾਵਾਂ ਦੇ ਉੱਤੇ ਆ। ਸ਼ੰਕਾਵਾਂ ਤਾਂ ਕਈ ਤਰ੍ਹਾਂ ਦੀਆਂ ਇਹਨਾਂ ਦੀਆਂ ਚੱਲ ਰਹੀਆਂ। ਔਰ ਅੱਜ ਜੇ ਮੈਂ ਕਹਾਂ ਕਿ ਜਿਹੜਾ ਮੰਡੀ ਦੇ ਵਿੱਚ ਸਭ ਤੋਂ ਵੱਡੀ ਕਿਸਾਨ ਦੀ ਮੰਗ ਸੀ ਕਿ ਅਸੀਂ ਓਪਨ ਮਾਰਕੀਟ 'ਚ ਜਾਣਾ ਚਾਹੀਦਾ ਹੈ, ਸਾਨੂੰ ਬੰਨ ਕੇ ਰੱਖਿਆ ਹੈ। ਅਸੀਂ ਕੋਈ ਆੜਤੀਆਂ ਦੀ ਗੱਲ ਕਰਦਾ ਸੀ, ਕੋਈ ਜਿਹੜਾ ਸੀ ਸਾਨੂੰ ਘੱਟ ਪੈਸੇ ਦੀ ਗੱਲ ਕਰਦਾ ਸੀ, ਕੋਈ ਕੰਟਰੈਕਟ ਫਾਰਮਿੰਗ 'ਚ ਨੁਕਸਾਂ ਦੀ ਗੱਲ ਕਰਦਾ ਸੀ, ਕੋਈ ਕਹਿ ਰਿਹਾ ਸੀ ਕਿ ਮੇਰੀ ਫਸਲ ਮੈਂ ਪੰਜਾਬ 'ਚ ਰਹਿੰਦੇ ਹੋਏ ਮੈਂ ਮਹਾਰਾਸ਼ਟਰ ਵੇਚਣਾ ਚਾਹੁੰਦਾ ਤਾਂ ਨਹੀਂ ਵੇਚ ਸਕਦਾ, ਮੈਂ ਆਪਣੇ ਦੇਸ਼ 'ਚ ਨਹੀਂ, ਆਪਣੀ ਫਸਲ ਮਾਲਕ ਕੌਣ? ਕਿਸਾਨ। ਮਾਲਕ ਮੈਂ, ਪਰ ਮੈਂ ਆਪਣੀ ਮਰਜ਼ੀ ਨਾਲ ਫਸਲ ਕਿਤੇ ਨਹੀਂ ਵੇਚ ਸਕਦਾ। ਔਰ ਮੈਂ ਇੱਕ ਤਰੀਕੇ ਦਾ ਕਿ ਸਰਕਾਰ ਦੇ ਹੱਥਾਂ 'ਚ ਬੰਨਿਆ ਹੋਇਆ ਕਿ ਕਿਸਾਨ ਕਹੇਗਾ ਇੱਥੇ ਵੇਚੋ ਤੇ ਇੱਥੇ ਵੇਚਾਂਗਾ, ਜਿੱਥੇ ਕਹਿਣਗੇ ਉੱਥੇ ਵੇਚਣੀ ਪਊਗੀ, ਆਪਣੀ ਮਰਜ਼ੀ ਨਹੀਂ।
ਅੱਜ ਐਕਟ ਦੇ ਵਿੱਚ ਇਹਨਾਂ ਨੇ ਪਹਿਲੇ ਜਿਹੜਾ ਐਕਟ ਓਪਨ ਮਾਰਕੀਟ ਦਾ ਕੀਤਾ, ਉਹਦੇ ਚ ਉਹਨਾਂ ਨੇ ਕਿਹਾ ਕਿ ਜੋ ਮੰਡੀ ਸਿਸਟਮ ਆਲਰੇਡੀ ਚੱਲ ਰਿਹਾ ਉਹਦੇ ਤੇ ਕੋਈ ਤਬਦੀਲੀ ਨਹੀਂ। ਹਾਂ, ਇੱਕ ਜਿਹੜੀ ਬੰਦਿਸ਼ ਲੱਗੀ ਸੀ ਕਿ ਤੁਸੀਂ ਸਿਰਫ ਇਸ ਮੰਡੀ 'ਚ ਹੀ ਵੇਚ ਸਕਦੇ ਹੋ, ਇਸ ਦਾਇਰੇ ਤੋਂ ਬਾਹਰ ਨਹੀਂ ਜਾ ਸਕਦੇ, ਤੇ ਉਸ ਦਾਇਰੇ 'ਚੋਂ ਕਿਸਾਨ ਨੂੰ ਬਾਹਰ ਕੱਢ ਦਿੱਤਾ। ਇੱਕ ਉਹ ਵੀ ਸੀ ਜੇ ਆਈਪੀਐਮਸੀ ਐਕਟ ਦੇ ਤਹਿਤ ਸਿਰਫ ਦਲਾਲ ਜਾਂ ਆੜਤੀ ਦੇ ਮਾਧਿਅਮ ਮੈਂ ਦਲਾਲ ਸ਼ਬਦ ਨਹੀਂ ਕਰਾਂਗਾ, ਵੈਸੇ ਤਾਂ ਦਲਾਲ ਦਾ ਮਤਲਬ ਤਾਂ ਕਮਿਸ਼ਨ ਏਜੰਟ ਹੀ ਹੁੰਦਾ, ਕਮਿਸ਼ਨ ਏਜੰਟ ਦਾ ਮਤਲਬ ਆੜਤੀ ਹੀ ਹੁੰਦਾ, ਪਰ ਉਹ ਵੀ ਬਾਹਰ ਕੱਢਿਆ ਉਸ ਦਾਇਰੇ ਦੇ ਵਿੱਚ ਇਹ ਵੀ ਕਿਹਾ ਕਿ ਅਗਰ ਕੋਈ ਚਾਹੁੰਦਾ ਤੇ ਮੈਂ ਆਪਣੀ ਫਸਲ ਸਿੱਧੀ ਵੇਚ ਜਿਹੜੀ, ਹੁਣ ਮੰਨ ਲਓ ਕਿ ਅਸੀਂ ਮੰਡੀ 'ਚ ਜਾਂਦੇ ਆ, ਮੈਂ ਵਪਾਰ ਮਾਰਬਲ ਦਾ ਵੀ ਕਰਦੇ ਨੇ, ਚਿਪਸ ਦਾ ਵੀ, ਤੇ ਬਹੁਤ ਸਾਰੀਆਂ ਚੀਜ਼ਾਂ 'ਚ ਅਸੀਂ ਆਪ ਜਾਂਦੇ ਸੀ ਕਿ ਨਹੀਂ ਅਸੀਂ ਆਮ ਦਲਾਲ ਥਰੂ ਖਰੀਦਣਾ, ਪਰ ਕਈ ਜਗ੍ਹਾ ਤੇ ਸਾਨੂੰ ਇਦਾਂ ਲੱਗਦਾ ਸੀ ਕਿ ਅਸੀਂ ਆਮ ਦਲਾਲ ਥਰੂ ਨਾ ਖਰੀਦ ਕੇ ਸਿੱਧਾ ਕਰ ਲਈਏ, ਤੇ ਪਰ ਉਹ ਕਮਿਸ਼ਨ ਏਜੰਟ ਜਿਹੜਾ ਸੀ ਉਹਨੂੰ ਕਮਿਸ਼ਨ ਦੇ ਕੇ ਖਰੀਦਦੇ ਸੀ, ਔਰ ਅਸੀਂ ਆਪਣੀ ਮਰਜ਼ੀ ਨਾਲ ਖਰੀਦਦੇ ਕਿਉਂਕਿ ਸਾਨੂੰ ਗਾਹਕ ਲੱਭਣਾ ਨਹੀਂ ਪੈਂਦਾ ਸੀ, ਉਹ ਕਰ ਦਿੰਦਾ ਸੀ। ਸੋ ਇਹਦੇ 'ਚ ਇਹ ਐਕਟ ਹੈ ਕਿ ਤੁਹਾਡੀ ਇੱਛਾ, ਤੁਸੀਂ ਆੜਤੀਏ ਦੇ ਇੱਛਾ ਅਨੁਸਾਰ ਜਾਓ, ਆੜਤੀਏ ਨੂੰ ਨਾਲ ਲੈ ਕੇ ਚਲੋ। ਤੁਹਾਡੀ ਇੱਛਾ ਹੈ ਕਿ ਤੁਸੀਂ ਖੇਤ 'ਚ ਵੇਚਣੀ, ਖੇਤ 'ਚ ਵੇਚੋ, ਮੰਡੀ 'ਚ ਲਿਆਉਣੀ, ਮੰਡੀ 'ਚ ਵੇਚੋ। ਜਿੱਥੇ ਤੁਹਾਡੀ ਇੱਛਾ ਹੈ ਕਿਸਾਨ ਨੂੰ ਸਿਰਫ ਉਸ ਦੇ ਬੰਦਿਸ਼ ਨੂੰ ਖਤਮ ਕੀਤਾ ਹੈ, ਔਰ ਜਿਹੜਾ ਆ ਬਾਕੀ ਜਿਹੜੀ ਸਿਸਟਮ ਨੂੰ ਐਜ਼ ਇਟ ਇਜ਼ ਰਹਿਣ ਦਿੱਤਾ। ਨੰਬਰ 2 ਤੇ ਜਿਹੜਾ ਐਕਟ ਹੈਗਾ ਸਾਡਾ ਕੰਟਰੈਕਟ ਫਾਰਮਿੰਗ ਵਾਸਤੇ, ਕੰਟਰੈਕਟ ਫਾਰਮਿੰਗ ਦੇ ਵਿੱਚ ਤੁਸੀਂ ਦੇਖ ਰਹੇ ਸੀ ਕਿ ਬਹੁਤ ਸਾਰੀਆਂ ਕੰਪਨੀਆਂ ਆਈਆਂ ਇੱਥੇ, ਮੈਂ ਕਿਸੇ ਕੰਪਨੀ ਦਾ ਨਾਮ ਨਹੀਂ, 2013 ਦਾ ਲਾਗੂ ਹੈ ਪੰਜਾਬ ਮੈਂ 2000 ਮੈਂ ਉਹੀ ਦੱਸ ਰਿਹਾ ਨਾ ਕਿ ਬਹੁਤ ਸਾਰੀਆਂ ਕੰਪਨੀਆਂ ਆਈਆਂ ਔਰ ਉਹਨਾਂ ਨੇ ਇੱਥੇ ਕੰਟਰੈਕਟ ਫਾਰਮਿੰਗ ਵੀ ਸ਼ੁਰੂ ਕੀਤੀ, ਔਰ ਇਸੇ ਹੀ ਅਕਾਲੀ ਦਲ ਨੇ ਜਿਹੜਾ ਅੱਜ ਉਸ ਐਕਟ ਦਾ ਵਿਰੋਧ ਕਰ ਰਿਹਾ ਔਰ ਐਕਟਾਂ 'ਚ ਨੁਕਸ ਦੱਸ ਰਿਹਾ, ਉਹ ਉਸੇ ਹੀ ਜਿਹੜਾ ਕਾਨੂੰਨ ਦਾ ਵਿੱਚ ਨੁਕਸਾ ਜਿਹੜਾ ਉਹਨਾਂ ਨੇ ਬਣਾਇਆ, ਕਿਉਂਕਿ ਸਾਡਾ ਕਿਸਾਨੀ ਨਾ ਅਸੀਂ ਕਦੀ ਸਿੱਧੇ ਤੌਰ ਤੇ ਗਏ ਨਹੀਂ ਸੀ, ਪਰ ਉਸ ਵੇਲੇ ਕਿਸਾਨੀ ਨੂੰ ਇਹੀ ਸਮਝਾਉਣ ਵਾਲੇ ਸੀ, ਇਹ ਮੋਮੋ ਠਗੜੀਆਂ ਕਰਕੇ ਕਰਦੇ ਸੀ, ਔਰ ਅੱਜ ਸਾਡੀ ਸਿਰਫ ਸਿਚੁਏਸ਼ਨ ਉਹ ਤੁਸੀਂ ਵੀ ਸਮਝਦੇ ਹੋ ਕਿ ਕਿਉਂ ਨਹੀਂ ਕਰ ਪਾਏ। ਦੂਸਰਾ ਜਿਹੜਾ ਸੀ ਇਹਦੇ 'ਚ ਜਿਹੜਾ ਮੈਂ ਕਹਿ ਰਿਹਾ ਸੀ ਕਿ ਕੰਟਰੈਕਟ ਫਾਰਮਿੰਗ 'ਚ ਹੁਣ ਕਰਤਾ ਕਿ ਤੁਸੀਂ ਆਮ ਦੱਸਦੇ ਸਾਡੀਆਂ ਜ਼ਮੀਨਾਂ ਖਾ ਲੈਣਗੇ, ਸਾਡੇ ਉਹ ਕਰ ਲੈਣਗੇ, ਐਸਾ ਜਿਹੜਾ ਪਹਿਲਾਂ 2013 ਤੋਂ ਇੱਥੇ ਲਾਗੂ ਸੀ, ਇਹ ਉਹਦੇ ਵਿੱਚ ਸੀ ਕਿ ਜ਼ਮੀਨ ਸਾਡੀ ਖਾ ਜਾਣਗੇ, ਸਾਡਾ ਉਹ ਖਾ ਜਾਏਗਾ, ਕਿਸਾਨ ਨੂੰ ਭਰਪਾਈ ਕਰਨੀ ਪਏਗੀ। ਹੁਣ ਜਿਹੜਾ ਹੋ ਗਿਆ ਕਿ ਕਿਸਾਨ ਜਦੋਂ ਕਰੇਗਾ ਕੰਟਰੈਕਟ ਸਿਰਫ ਉਹਦੀ ਫਸਲ ਦਾ ਹੈ, ਉਹਦੀ ਜ਼ਮੀਨ ਦਾ ਨਹੀਂ ਹੈ। ਯਾਨੀ ਜੇ ਉਹਦੇ ਕੰਟਰੈਕਟ 'ਚ ਜ਼ਮੀਨ ਲੈ ਹੋ ਗਈ, ਉਸ ਕੰਟਰੈਕਟ ਮਾਨਤਾ ਹੀ ਨਹੀਂ ਮਿਲੇਗੀ। ਜੇ ਉਹ ਕੱਲ ਨੂੰ ਕੋਰਟ 'ਚ ਜਾਂਦਾ ਆ ਤੇ ਉਹਦਾ ਕੰਮ ਰਿਜੈਕਟ ਹੋ ਜਾਏਗਾ, ਉਹ ਜਿਹੜਾ ਕੰਟਰੈਕਟ ਆ ਉਹ ਖਤਮ ਮੰਨਿਆ ਜਾਏਗਾ। ਸੋ ਇਹ ਵੀ ਹੈ ਕਿ ਇਹ 'ਚ ਲੀਜ਼ ਕਰ ਨਹੀਂ ਸਕਦੇ। ਨਹੀਂ, ਲੀਜ਼ ਤਾਂ ਕੰਟਰੈਕਟ ਹੈ। ਹਾਂ, ਜੇ ਕੰਟਰੈਕਟ 'ਚ ਲੀਜ਼ ਕਰੋਗੇ ਤਾਂ ਨਹੀਂ ਮੰਨਦਾ। ਨਹੀਂ, ਲੀਜ਼ ਕਰ ਸਕਦੇ ਆ, ਮਾਲਕੀ ਨਹੀਂ ਤੁਸੀਂ ਉਹਦੀ ਲੀਜ਼ ਮੰਨ ਲਓ, ਲੀਜ਼ ਕਰ ਸਕਦੇ ਆ, ਉਹਦੀ ਡੀਡ ਤੁਸੀਂ ਉਹਦੀ ਖਰੀਦੋ ਫਰੋਖਤ ਨਹੀਂ ਕਰ ਸਕਦੇ। ਲੀਜ਼ ਤਾਂ ਕਿਰਾਏ ਤੇ ਕਰ ਸਕਦੇ ਹੋ, ਲੀਜ਼ ਦੇ ਸਕਦਾ, ਕੰਟਰੈਕਟ ਫਾਰਮਿੰਗ ਕਰਦਾ। ਹੁਣ ਨਾਲ ਇਹ ਵੀ ਕਰਤਾ ਕਿ ਇੱਕ ਐਗਜ਼ਾਮਪਲ ਦੇ ਤੌਰ ਤੇ ਕੋਈ ਫਸਲ ਦਾ ਕਰ ਲਿਆ, ਇੱਥੇ ਬਹੁਤ ਸਾਰੀਆਂ ਕੰਪਨੀਆਂ ਕੈਚਅਪ ਬਣਾਉਣੀਆਂ ਜਾਂ ਕੋਈ ਜੂਸ ਬਣਾਉਣੀਆਂ, ਉਹਨਾਂ ਨੂੰ ਫਸਲ ਲੈਂਦੀਆਂ, ਟਮਾਟਰ ਮੰਨ ਲਓ ਲੈਂਦੇ ਆ, ਤੇ ਜੇ ਮੰਡੀ ਦੇ ਵਿੱਚ ਅੱਗੇ 2-3 ਰੁਪਏ ਹੋ ਜਾਂਦਾ ਤਾਂ ਉਹ ਜਿਹੜਾ ਕਹਿੰਦੇ ਸੀ ਅਸੀਂ ਨਹੀਂ ਲੈਣਾ, ਅੱਜ ਤਾਂ ਸਾਨੂੰ ਮੰਡੀ 'ਚ ਮਿਲਦਾ ਤਾਂ ਅਸੀਂ ਤੁਹਾਡੇ ਨਾਲ ਉਹ ਕਿਉਂ ਲਈਏ, ਜਾਂ ਕਿਸਾਨ ਨੂੰ 3 ਰੁਪਏ ਦੇਣਾ ਪੈਂਦਾ ਜੀ। ਹੁਣ ਜਦੋਂ ਕੰਟਰੈਕਟ ਕਰੇਗਾ ਤਾਂ ਜੋ ਰੇਟ ਤੈਅ ਹੋਏਗਾ ਉਹ ਕੰਟਰੈਕਟਰ ਨੂੰ ਦੇਣਾ ਪਏਗਾ, ਕਿਉਂਕਿ ਮੰਨ ਲਓ ਕਿ ਮੈਂ ਕੈਚਅਪ ਬਣਾਉਣੀ ਸੀ ਤਾਂ ਮੇਰੇ ਜਦੋਂ ਕੈਚਅਪ ਦਾ ਮੈਂ ਰੇਟ ਫਿਕਸ ਕਰਦਾ ਜਾਂ ਬਾਕੀ ਸਭ ਕੁਝ ਫਿੱਟ ਕਰਦਾ ਤਾਂ ਮੈਂ ਉਹ 10 ਰੁਪਏ ਨੂੰ ਮੰਨ ਕੇ ਹੀ ਆਪਣੇ ਜਿਹੜੇ ਰੇਟ ਪ੍ਰੋਡਕਟ ਨੂੰ ਕੀਤੀ ਆ। ਔਰ ਜੇ ਉਹ 10 ਰੁਪਏ ਕੀਤਾ ਹੈ ਤਾਂ 10 ਰੁਪਏ ਹੀ ਉਹਨੂੰ ਕਿਸਾਨ ਨੂੰ ਦੇਣੇ ਪੈਣਗੇ, ਭਾਵੇਂ ਮੰਡੀ ਦੇ ਵਿੱਚ 9 ਰੁਪਏ ਹੋਵੇ, 8 ਰੁਪਏ ਹੋਵੇ, 7 ਰੁਪਏ, ਉਹਦੇ ਨਾਲ ਕਿਸਾਨ ਦਾ ਕੋਈ ਲੈਣਾ ਦੇਣਾ ਨਹੀਂ, ਉਹਦਾ ਠੇਕਾ ਹੋ ਗਿਆ, ਇੱਕ ਸਾਈਨ ਰਾਈਟ ਹੋ ਗਿਆ, ਡੀਡ ਹੋ ਗਈ ਉਹਦੀ, ਤੇ ਉਹਨੂੰ ਦੇਣੇ ਪੈਣਗੇ। ਜੇ ਕਿ ਇਨ ਕੇਸ ਮਾਰਕੀਟ ਦੇ ਵਿੱਚ 9 ਰੁਪਏ ਹੋ ਗਿਆ ਤਾਂ ਫਿਰ ਤਾਂ ਦੇਣਾ ਹੀ ਪੈਣਾ, ਪਰ ਜੇ ਕਿਤੇ ਮਾਰਕੀਟ 'ਚ 12 ਰੁਪਏ 13 ਰੁਪਏ 15 ਰੁਪਏ ਹੋ ਜਾਏ ਤਾਂ ਜੋ ਮਾਰਕੀਟ 'ਚ ਪਾਇਆ ਕੰਟਰੈਕਟਰ ਨੂੰ ਕਿਸਾਨ ਨੂੰ ਉਹੀ ਭਾਅ ਪੇ ਕਰਨਾ ਪੈਣਾ। ਜੇ 12 ਰੁਪਏ ਹੋ ਗਿਆ ਤਾਂ 12 ਦੇਗਾ, ਜੇ 15 ਹੋ ਗਿਆ ਤਾਂ 15 ਦੇਗਾ। ਇਹ ਇਸ ਜਿਹੜੀਆਂ ਕੰਟਰੈਕਟ ਦੀਆਂ ਸ਼ਰਤਾਂ ਆ। ਹੁਣ ਤੁਸੀਂ ਇਹ ਦੱਸੋ ਕਿ ਕਿਹੜੇ ਪੱਖੋਂ ਕਿਸਾਨ ਦੇ ਅਗੇਂਸਟ ਜਾਂਦਾ। ਹੁਣ ਦੂਸਰਾ ਇੱਕ ਬੜਾ ਭਰਮ ਭੁਲੇਖਾ ਆ ਕਿ ਦੇਖੋ ਜੀ ਉਹ ਇਹ ਤਾਂ ਐਸਡੀਐਮ ਸੁਣੇਗਾ ਤੇ ਡੀਸੀ ਕਰੇਗਾ ਤੇ ਇਹ ਤਾਂ ਕੱਲ ਨੂੰ ਨੁਕਸਾਨ ਹੋ ਜਾਏਗਾ। ਔਰ ਮੈਂ ਤੇ ਮੰਤਰੀਆਂ ਦੇ ਮੂੰਹ ਚੋਂ ਭਾਸ਼ਣ ਸੁਣ ਕੇ
ਮੈਂ ਹੈਰਾਨ ਸੀ। ਮੈਂ ਕਿਹਾ ਇੱਕ ਤਾਂ ਸਰਕਾਰ ਨੇ ਇਹ ਮੰਨ ਲਿਆ ਕਿ ਤੁਸੀਂ ਕੀ ਕਰਦੇ ਹੋ, ਵੀ ਐਸਡੀਐਮ ਔਰ ਡੀਸੀ ਤੁਹਾਡੇ ਅੰਡਰ ਚੱਲਦੇ ਆ। ਇਹ ਤੁਸੀਂ ਪਹਿਲਾਂ ਤਾਂ ਲੋਕ ਸ਼ੱਕ ਦੀ ਨਜ਼ਰ ਨਾਲ ਕਹਿੰਦੇ ਸੀ, ਹੁਣ ਤੁਸੀਂ ਸਟੇਜਾਂ ਤੋਂ ਬੋਲ ਕੇ ਕਨਫਰਮ ਕਰ ਰਹੇ ਹੋ ਕਿ ਸਾਡਾ ਕਹੇ ਦੇ ਉੱਤੇ ਹੀ ਚੱਲਦਾ ਆ। ਪਾਪ ਅੰਡਰ ਪ੍ਰੈਸ਼ਰ ਕੰਮ ਕਰਦੀ ਸਰਕਾਰ ਦੇ ਥੱਲੇ ਅਫੀਸਰ ਤੁਹਾਡੇ ਥੱਲੇ ਹੀ ਪ੍ਰੈਸ਼ਰ ਕਰਦੇ ਆ। ਇਹ ਤੁਸੀਂ ਅੱਜ ਜਸਟੀਫਾਈ ਉਹਨੂੰ ਕਰ ਦਿੱਤਾ, ਸਰਟੀਫਾਈਡ ਕਰਤਾ। ਦੂਸਰਾ ਜਿਹੜਾ ਸੀ ਕਿ ਇਹ ਜਿਹੜਾ ਐਸਡੀਐਮ ਜਾਂ ਡੀਸੀ ਦਾ ਵਿੱਚ ਰੱਖਿਆ ਗਿਆ, ਹੁਣ ਜਿਹੜਾ ਇੱਕ ਕਿਸਾਨ ਹੈ, ਗਰੀਬ ਹੈ, 2 ਏਕੜ ਦਾ 3 ਏਕੜ 5 ਏਕੜ, ਜਿਹੜਾ ਮਤਲਬ ਮੇਜਰ ਜਿਹੜੀ ਕਿਸਾਨੀ ਦੇ ਵਿੱਚ ਲੋਕਾਂ ਕੋਲ ਜ਼ਮੀਨ ਜਿਹੜੀ ਆ 2 ਏਕੜ 5 ਏਕੜ ਇੰਨੀ ਤੱਕ, 5 ਤੋਂ ਥੱਲੇ 2 2.5 3 ਤੱਕ। ਹੁਣ ਜਿਹੜਾ 2 2.5 3 ਤੱਕ ਵਾਲਾ, ਜੇ ਕੱਲ ਨੂੰ ਕੋਈ ਕੰਟਰੈਕਟਰ ਉਹਨੂੰ ਆਕੜ ਜਾਵੇ, ਉਹ ਕੋਰਟ 'ਚ ਜਾ ਸਕਦਾ? ਉਹਦੇ 'ਚ ਨਹੀਂ ਜਾ ਕਾਨੂੰਨ ਨਹੀਂ, ਉਹਦੇ ਕੋਲ ਤਾਕਤ ਹੀ ਨਹੀਂ ਹੈ। ਤਾਕਤ ਨਹੀਂ ਹੈ ਕਿ ਉਹ ਕਾਨੂੰਨ ਜਾਨੀ ਜਾ ਕੇ ਵਕੀਲ ਕਰੇ, ਇਹ ਕਰੇ, ਉਹ ਕਰੇ। ਅਦਾਲਤਾਂ ਕਿਹੜਾ ਲਾਏ ਸਾਹਮਣੇ ਪਿਆ ਵਾ, 30 ਸਾਲ ਲੱਗ ਜਾਂਦੇ ਨੇ। ਮੇਰਾ ਕਹਿਣ ਦਾ ਭਾਵ ਇਹ ਸੀ ਕਿ ਕਿਸਾਨ ਨੂੰ ਹਰਾਸ ਨਾ ਹੋਵੇ, ਇਸ ਕਰਕੇ ਸਰਕਾਰ ਨੇ ਇੱਕ ਪ੍ਰਾਵਧਾਨ ਰੱਖਿਆ ਕਿ ਕਿਸਾਨ ਸਿੱਧਾ ਜਾਏਗਾ ਐਸਡੀਐਮ ਕੋ। ਐਸਡੀਐਮ ਜਿਹੜਾ ਆਪਣੀ ਮਰਜ਼ੀ ਨਾਲ ਕੋਈ ਫੈਸਲਾ ਨਹੀਂ ਦੇਦਾ, ਉਸ ਕੰਟਰੈਕਟ ਦੇ ਉੱਤੇ ਹੀ। ਔਰ ਜੇਕਰ ਉਹ ਕੀ ਕਰੇਗਾ, 2 ਸਾਲ ਸੁਧਰੋ ਲਾਏਗਾ, 2 ਸਾਲ ਸੁਧਰੋ ਲਾ ਕੇ ਇੱਕ ਕਮੇਟੀ ਬਣਾਏਗਾ, ਔਰ ਉਹ ਕਮੇਟੀ ਜਿਹੜੀ ਫੈਸਲਾ ਦੇਗੀ। ਜਦੋਂ ਦੋਨਾਂ ਨੂੰ ਮਨਜ਼ੂਰ ਹੋਏਗਾ ਤੇ ਉਹ ਜਿਹੜਾ ਕਿਸਾਨ ਨੂੰ ਮਨਜ਼ੂਰ ਹੋਏਗਾ, ਦੋਨਾਂ ਨੂੰ ਨਹੀਂ, ਕਿਸਾਨ ਨੂੰ ਮਨਜ਼ੂਰ ਹੋਏਗਾ ਤੇ ਉਹ ਫੈਸਲਾ ਮੰਨਿਆ ਜਾਏਗਾ। ਅਗਰ ਕਿਸਾਨ ਕਹਿੰਦਾ ਮੈਨੂੰ ਮਨਜ਼ੂਰ ਨਹੀਂ ਤਾਂ ਡੀਸੀ ਕੋਲ ਹੀ ਜਾਏਗਾ। ਹੁਣ ਕਈਆਂ ਨੇ ਕਹਿ ਦਿੱਤਾ ਕਿ ਵੀ ਉਹ ਇਸ ਕਰਕੇ, ਜਿਹੜੀ ਮੈਂ ਭਾਵਨਾ ਦੱਸਦੀ ਕਿ ਵੀ ਇਸ ਕਰਕੇ ਤਾਂ ਕਿ ਕਿਸਾਨ ਆਰਾਮ ਨਾਲ ਬਿਨਾਂ ਕਿਸੇ ਖਰਚੇ ਤੇ ਔਰ ਬਿਨਾਂ ਕਿਸੇ ਟੈਨਸ਼ਨ ਤੇ ਆਰਾਮ ਨਾਲ ਆਪਣੀ ਗੱਲ ਕਿਤੇ ਰੱਖ ਸਕੇ 90 ਡੇਜ਼ ਦੇ। ਹੁਣ ਇਨ ਕੇਸ ਉੱਥੇ ਤਾਂ ਤੁਸੀਂ ਕਹਿੰਦੇ 30 ਸਾਲ ਨਹੀਂ ਹੁੰਦੇ, ਇਹ 'ਚ ਜਿਹੜਾ ਆ ਤੁਹਾਨੂੰ ਇੱਕ ਟਾਈਮ ਬਾਉਂਡ ਦੇ ਵਿੱਚ ਉਹਨੂੰ ਕਰਨਾ ਹੀ ਪੈਣਾ। ਇਨ ਕੇਸ 'ਚ ਨਹੀਂ ਜਾਂਦਾ, ਹੁਣ ਤੁਸੀਂ ਉਹ ਕਹੀ ਜਾਂਦੇ ਇਸ ਤੋਂ ਬਾਅਦ ਤਾਂ ਜਾ ਹੀ ਨਹੀਂ ਸਕਦਾ, ਉਹ ਅਦਾਲਤ 'ਚ ਨਹੀਂ ਜਾ ਸਕਦਾ। ਇਹ ਹਿੰਦੁਸਤਾਨ ਹੈ, ਲੋਕਤੰਤਰ ਹੈ, ਤੁਸੀਂ ਇੱਥੇ ਕਿਸੇ ਨੂੰ ਵਿਅਕਤੀਗਤ ਉਹਦੇ ਅਧਿਕਾਰਾਂ ਦੇ ਉੱਤੇ ਕਰ ਹੀ ਨਹੀਂ ਸਕਦੇ। ਤੁਸੀਂ ਇਹ ਦੇਖੋ, ਇੱਕ ਮੁਲਾਜ਼ਮ ਜਿਹੜਾ ਆਪਣੇ ਡਿਪਾਰਟਮੈਂਟ 'ਚ ਕੰਮ ਕਰਦਾ, ਉਹਦੀ ਕੋਈ ਬਦਲੀ ਹੋ ਜਾਂਦੀ, ਉਹ ਆਪਣੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਜਿਹੜਾ ਆ ਹਾਈ ਕੋਰਟ ਜਾਂਦਾ ਔਰ ਬਦਲੀ ਜਾਂ ਉਹ ਜੋ ਵੀ ਹੁੰਦਾ, ਉਹਦੀ ਪ੍ਰਮੋਸ਼ਨ ਜਿੱਥੇ ਵੀ ਰੁਕਾਵਟ ਹੁੰਦੀ, ਉਹ ਆਪਣੇ ਸੀਨੀਅਰ ਨੂੰ ਆਰਡਰ ਥਮਾ ਦਿੰਦਾ। ਜਿਸ ਬੰਦੇ ਨੇ ਨੌਕਰੀ ਕਰਨੀ ਹੋਵੇ, ਜਿਹਨੂੰ ਪਤਾ ਵੀ ਹੋਵੇ ਕੱਲ ਨੂੰ ਉਹਦੇ ਥੱਲੇ ਹੀ ਕੰਮ ਕਰਨਾ ਆ, ਉਹ ਅਗਰ ਜਾ ਕੇ ਉੱਥੇ ਆਪਣੇ ਕੋਰਟ 'ਚ ਜਾ ਸਕਦਾ ਤੇ ਕਿਸਾਨ ਨੂੰ ਤੁਸੀਂ ਕਿੱਦਾਂ ਰੋਕ ਸਕਦੇ ਹੋ? ਇਸ ਕਰਕੇ ਕਿਸਾਨ ਨੂੰ ਅਦਾਲਤ 'ਚ ਜਾਣ ਤੇ ਕਿਤੇ ਨਹੀਂ ਰੋਕਿਆ ਆ। ਸਿਰਫ ਇੱਕ ਪ੍ਰੋਸੀਜਰ ਗਰੀਬ ਕਿਸਾਨ ਨੂੰ ਆਪਣੇ ਹੱਕ ਲੈਣ ਲਈ ਥੱਲੜੇ ਲੈਵਲ ਤੇ ਵੀ ਜਾਇਆ ਜਾ ਸਕਦਾ। ਇਹਦਾ ਮਤਲਬ ਇੰਨਾ ਆ, ਜਿਹੜਾ ਇਹ ਭੁਲੇਖੇ ਪਾਉਂਦੇ ਆ ਉਹ ਲੌਜੀਕ ਐਸਡੀਐਮ ਤਾਂ ਉਹਦੀ ਵੱਡੀ ਕੰਪਨੀ ਦਾ ਮੰਨ ਲਏਗਾ, ਇਹ ਕਰ ਲੇਗਾ, ਐਸਾ ਕਿਤੇ ਨਹੀਂ। ਔਰ ਜਦੋਂ ਕੋਰਟ 'ਚ ਵੀ ਜਾਏਗਾ, ਐਸਡੀਐਮ ਕੋ ਜਾਏਗਾ ਜਾਂ ਤਹਿਸੀਲਦਾਰ ਉਹਦੇ ਕੋ ਆਇਆ ਡੀਸੀ ਕੋ ਜਾਏਗਾ, ਉਸ ਕੰਟਰੈਕਟ ਜੋ ਕੇਂਦਰ ਨੇ ਐਕਟ ਦੇ ਮੁਤਾਬਕ ਬਣਿਆ ਹੋਏਗਾ ਉਹੀ ਮਾਨਤਾ ਹੋਏਗੀ। ਔਰ ਕਿਸਾਨ ਅਗਰ ਉਹਦੇ ਕਿਸਾਨ ਦੇ ਉਹਦੇ ਫਾਰਮ ਹਾਊਸ ਜਿੱਥੇ ਉਹਨੇ ਕੰਟਰੈਕਟ ਕੀਤਾ ਹੋਵੇ, ਅਗਰ ਕੱਲ ਨੂੰ ਕੋਈ ਆਪਣਾ ਸਟੋਰ ਬਣਾਉਂਦਾ ਜਾਂ ਕੋਈ ਆਪਣੀ ਕੋਈ ਮਸ਼ੀਨਰੀ ਉੱਥੇ ਲਗਾਉਂਦਾ, ਆਪਣੇ ਉਸ ਕੰਟਰੈਕਟ ਨੂੰ ਕਿਸੇ ਵੀ ਚੀਜ਼ ਨੂੰ ਲਗਾਉਂਦਾ ਪ੍ਰੋਸੈਸਿੰਗ ਵਾਸਤੇ, ਤੇ ਉਹ ਜਿਹੜਾ ਆ ਆਪਣਾ ਜਦੋਂ ਕੰਟਰੈਕਟ ਖਤਮ ਹੋਏਗਾ ਉਹ ਆਪਣਾ ਲੈ ਜਾਏਗਾ, ਸਮਾਨ ਚੱਕ ਕੇ ਲੈ ਜਾਏਗਾ ਔਰ ਉਹਨੂੰ ਪੂਰੀ ਤਰ੍ਹਾਂ ਕਰਾ ਕੇ ਹਲ ਵਾਹ ਕੇ ਵਾਹੀ ਜੋ ਬਣਾ ਕੇ ਦੇ ਕੇ ਜਾਏਗਾ। ਇਹ ਵੀ ਉਹਦੇ 'ਚ ਸ਼ਰਤ ਆ। ਜੇ ਨਾ ਦੇ ਕੇ ਜਾਵੇ, ਮੰਨ ਲਓ ਕੰਟਰੈਕਟਰ ਕਹਿੰਦਾ ਯਾਰ ਮੈਨੂੰ ਕੁਝ ਦੇ ਦੇ, ਨਹੀਂ ਤਾਂ ਮੈਂ ਤਾਂ ਮੈਨੂੰ ਤੋੜ ਕੇ ਮੈਨੂੰ ਤਾਂ ਕੁਝ ਮਿਲਣਾ ਨਹੀਂ, ਤਾਂ ਕਿਸਾਨ ਚਾਹੇ ਤਾਂ ਉਹਨੂੰ ਕੁਝ ਦੇ ਦੇਵੇ, ਨਹੀਂ ਤਾਂ ਉਹ ਕਹਿੰਦਾ ਕਿ ਮੈਂ ਨਹੀਂ ਦੇ ਸਕਦਾ ਜੀ, ਤੇ ਉਹ ਜਿਹੜੀ ਮਾਲਕੀ ਆ ਉਹ ਕਿਸਾਨ ਦੀ ਹੋਏਗੀ। ਹੁਣ ਤੁਸੀਂ ਮੈਨੂੰ ਇਹਦੇ 'ਚ ਦੱਸੋ ਕਿੱਥੇ ਕਿਸਾਨ ਦਾ ਨੁਕਸਾਨ ਮੈਨੂੰ ਲੱਗਾ? ਕਿਸਾਨ ਆਪਣੀ ਮਰਜ਼ੀ ਨਾਲ ਜਿਹੜਾ ਸਮਾਨ ਵੇਚ ਦੇਵੇ, ਦੱਸੋ ਕਿੱਥੇ ਨੁਕਸਾਨ? ਕਿਸਾਨ ਚਾਹੇ ਮੈਂ ਆੜਤੀ ਥਰੂ ਜਾਣਾ, ਆੜਤੀ ਤੇ ਚੱਲ ਜਾਏ, ਕਿਸਾਨ ਚਾਹੇ ਮੈਂ ਇਸ ਮੰਡੀ 'ਚ ਵੇਚਣਾ, ਇੱਥੇ ਵੇਚ ਜਾਏ, ਕਿਸਾਨ ਚਾਹੇ ਤੇ ਆਪਣੇ ਕੋਲ ਵੀ ਸਟੋਰ ਕਰ ਸਕਦਾ, ਜਿਹੜਾ ਪਹਿਲਾਂ ਕਦੀ ਸਟੋਰ ਨਹੀਂ ਕਰ ਸਕਦਾ ਸੀ। ਇੱਕ ਹੋਰ ਵੀ ਹੈ, ਕਿਸਾਨ ਆਪਣੀ ਕਣਕ ਜਾਂ ਝੋਨਾ ਆਪਣੇ ਕੋਲ ਸਟੋਰ ਨਹੀਂ ਕਰ ਸਕਦਾ ਸੀ, ਅੱਜ ਉਹ ਚਾਹੇ ਤਾਂ ਆਪਣੇ ਕੋਲ ਵੀ ਰੱਖ ਸਕਦਾ ਔਰ ਲੋੜ ਪੈਣ ਦੇ ਉੱਤੇ ਉਹਨੂੰ ਮਾਰਕੀਟ 'ਚ ਵੇਚ ਸਕਦਾ। ਸੋ ਇਹ ਇੱਕ ਸਵਾਲ ਹੋਰ ਉਠਾਇਆ ਜਾਂਦਾ ਹੈ ਕਿ ਜਿਹੜਾ ਤੀਜਾ ਕਾਨੂੰਨ ਹੈ ਉਹਦੇ ਵਿੱਚ ਜਿਹੜੀ ਪਹਿਲਾਂ ਕਮਿਊਨਿਟੀ ਐਕਟ ਸਹੀ ਲੱਗਾ ਹੋਇਆ, ਐਸੈਂਸ਼ੀਅਲ ਕਮਿਊਨਿਟੀ ਐਕਟ, ਉਹਨੂੰ ਹਟਾ ਕੇ ਤੇ ਜਿਹੜੀ ਚੀਜ਼ ਮੈਂ ਦੱਸ ਦਿੰਦਾ ਕਿ ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਪਹਿਲਾਂ ਜਿੱਦਾਂ ਆਲੂ, ਪਿਆਜ਼, ਦਾਲਾਂ, ਐਸੀਆਂ ਕੁਝ ਚੀਜ਼ਾਂ ਸੀ।
ਕਿਸਾਨ ਦੀ ਡਿਮਾਂਡ ਸੀ ਹੂੰ। ਕਿ ਸਾਨੂੰ ਥੋੜਾ ਜਿਹਾ ਓਪਨ ਮਾਰਕੀਟ ਜਾਣ ਦਿਓ, ਕਰਤਾ। ਠੀਕ ਹੈ। ਹੁਣ ਕੀ ਹੈ ਕਿ ਉਹਦੇ ਚ ਇਹ ਨਹੀਂ ਹੈ ਕਿ ਵੀ ਜਿਹੜਾ ਮਰਜ਼ੀ ਜਿੰਨਾ ਮਰਜ਼ੀ ਸਟੋਰ ਕਰਕੇ ਜੋ ਮਰਜ਼ੀ ਭਾਅ ਤੈਅ ਕਰ ਲੈ, ਐਸਾ ਨਹੀਂ। ਇਹਦੇ ਚ ਜਦੋਂ ਪੂਰਾ ਪੜ੍ਹ ਲਿਓ ਅੱਛਾ ਜੀ। ਉਹਦੇ ਚ ਵੀ ਆ ਕਿ ਜੇ ਅੱਜ 50 ਰੁਪਏ ਕਿਲੋ ਪਿਆਜ਼ ਹੈ ਹਾਂ ਹਾਂ। ਤੇ ਜੇ ਮਾਰਕੀਟ 'ਚ ਅੱਜ 100 ਰੁਪਏ ਵਿਕਣ ਲੱਗ ਪਿਆ, ਭਾਵ ਦੁੱਗਣਾ ਹੋ ਗਿਆ, ਤੇ ਆਟੋਮੈਟਿਕ ਇਹ ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਆ ਜਾਏਗਾ। ਅੱਛਾ ਜੀ। ਉਹਦੇ ਲਈ ਕੋਈ ਵੱਖਰਾ ਉਹ ਬਣਾਉਣ ਦਾ ਕਾਨੂੰਨ ਜਾਂ ਵੱਖਰਾ ਮਤਾ ਪਾਉਣ ਦੀ ਲੋੜ ਨਹੀਂ। ਇਹ ਆਟੋਮੈਟਿਕ ਉਹ ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਆ ਜਾਏਗਾ। ਹੁਣ ਤੁਸੀਂ ਦੇਖਿਆ ਅੱਜ ਕਰੋਨਾ ਬਹੁਤ ਵੱਡੀ ਬਿਮਾਰੀ ਸੀ। ਜਦੋਂ ਸ਼ੁਰੂ ਦੇ ਵਿੱਚ ਜਿਹੜਾ ਮਾਸਕ ਕੀ ਭਾਅ ਸੀ, 14-15 ਰੁਪਏ, ਜਿਹੜਾ 2 ਰੁਪਏ ਦਾ ਵਿਕਦਾ ਸੀ ਉਹ 14-15 ਰੁਪਏ ਤੇ ਚਲਾ ਗਿਆ। ਜੀ 30 ਰੁਪਏ ਦਾ ਵਿਕਿਆ, 50 50 ਰੁਪਏ ਦਾ ਵੀ ਵਿਕ ਗਿਆ। ਔਰ ਈਵਨ ਦੈਨ ਜਿਹੜਾ ਤੁਹਾਡਾ ਸੈਨੀਟਾਈਜ਼ਰ ਸੀ, ਹਾਂ, ਉਹ ਛੋਟੀ ਜਿਹੀ ਸ਼ੀਸ਼ੀ ਸੀ, 90 ਰੁਪਏ ਦੀ ਵਿਕਦੀ ਸੀ, 100 ਰੁਪਏ ਦੀ, 110 ਦੀ, ਜਿਹਦਾ ਜਰੂਰ ਕਰਦੀ ਸੀ ਲਾ ਰਿਹਾ। ਪਰ ਜਦੋਂ ਦੇਖਿਆ ਕਿ ਅੱਜ ਸਾਡੀ ਜ਼ਰੂਰਤ ਇਹ ਹੋ ਗਈ ਤੇ ਉਹਨੂੰ ਵੀ ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਆ ਗਿਆ। ਸੋ ਜਦੋਂ ਕਿਸੇ ਦੀ ਵੀ ਲੱਗੇ, ਇਹ ਗਵਰਨਮੈਂਟ ਕੋ ਉਹਦੇ ਚ ਅਧਿਕਾਰ ਹੈ, ਉਸ ਕੰਟਰੈਕਟ ਨੂੰ ਉਸ ਐਕਟ ਨੂੰ ਪੜੋ ਜਰਾ ਚੰਗੀ ਤਰ੍ਹਾਂ। ਉਹਦੇ ਚ ਸਪੈਸ਼ਲ ਲਿਖਿਆ ਹੈ ਕਿ ਅਗਰ ਉਹ ਮਾਰਕੀਟ ਦਾ ਰੇਟ ਦੁੱਗਣਾ ਹੋ ਜਾਂਦਾ ਤੇ ਫਿਰ ਉਹ ਆਟੋਮੈਟਿਕ ਉਹ ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਆ ਜਾਏਗਾ। ਤੇ ਜੇ ਭਾਈ ਸਾਹਿਬ ਮਾਸਕ ਆ ਸਕਦਾ, ਸੈਨੀਟਾਈਜ਼ਰ ਆ ਸਕਦਾ, ਜਿੱਦਾਂ ਹੀ ਉਹਨਾਂ ਨੂੰ ਕਮੋਡਿਟੀ ਉਹਦੇ ਚ ਲਿਆਂਦਾ, ਆਟੋਮੈਟਿਕ ਸਭ ਕੁਝ ਆ ਗਿਆ। ਸੋ ਸਰਕਾਰ ਨੇ ਲੋਕਾਂ ਦੇ ਗਰੀਬ ਦਾ ਵੀ ਖਿਆਲ ਰੱਖਣਾ ਹੈ, ਸਾਰਿਆਂ ਦੀ ਰੋਟੀ ਵੀ ਚੱਲੇ, ਇਸ ਦਾ ਵੀ ਖਿਆਲ ਰੱਖਣਾ ਹੈ, ਔਰ ਮਾਰਕੀਟ 'ਚ ਕੰਪੀਟੀਸ਼ਨ ਵੀ ਵਧਾਉਣਾ। ਜਦੋਂ ਇਹ ਸਾਰੀਆਂ ਚੀਜ਼ਾਂ ਆਣਗੀਆਂ, ਐਕਸਪੋਰਟ ਇੰਪੋਰਟ ਵੀ ਵਧੇਗਾ ਤੇ ਉਹਦੇ ਨਾਲ ਵਪਾਰ ਵੀ ਵਧੇਗਾ। ਤੇ ਜਦੋਂ ਵਪਾਰ ਜਿਹੜਾ ਜ਼ਿਆਦਾ ਕਾਰੋਬਾਰ ਹੋਏਗਾ ਤੇ ਉਹਦੇ ਨਾਲ ਜਿਹੜੀ ਆ ਪ੍ਰੋਸੈਸਿੰਗ ਜਿਹੜੀ ਸਿਸਟਮ ਆਏਗਾ ਤੇ ਕਿਸਾਨ ਦੀ ਫਸਲ ਜਲਦੀ ਵਿਕੇਗੀ। ਇਹ ਇਸ ਭਾਵਨਾ ਦੇ ਨਾਲ ਵਿਕਿਆ। ਔਰ ਅੱਜ ਜਿਹੜੀਆਂ ਸਰਕਾਰਾਂ ਕੰਮ ਕਰ ਰਹੀਆਂ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਲੱਭੋ ਇਹ ਰਿਹਾ ਕਿ ਤੁਸੀਂ ਆਪਣੇ ਜਿਹੜੇ ਤਰਫ ਦੇ ਰਹੇ ਹੋ ਉਹਨਾਂ ਤੋਂ ਲੱਗਦਾ ਹੈ ਕਿ ਇਹ ਜਿਹੜਾ ਐਕਟ ਹੈ ਇਹ ਕੋਈ ਕਿਸਾਨ ਮਾਰੂ ਨਹੀਂ ਹੈ ਔਰ ਕਿਸਾਨ ਦੇ ਫਾਇਦੇ ਦਾ ਹੈ। ਪਰ ਇਹ ਹੁਣ ਤੁਸੀਂ ਕਿਸਾਨਾਂ ਨੂੰ ਜਿਹੜਾ ਮੈਸੇਜ ਸਾਡੇ ਪੰਚਾਇਤਨਾਮਾ ਦੇ ਮੀਡੀਅਮ ਨੂੰ ਦੇਣਾ ਚਾਹੁੰਦੇ ਹੋ, ਉਹ ਕੀ ਹੈ ਕਿ ਉਹਨਾਂ ਨੂੰ ਕੀ ਇਸ ਚੀਜ਼ ਦੀ ਪਰਖ ਵਾਸਤੇ ਕਰਨਾ ਚਾਹੀਦਾ ਤਾਂ ਕਿ ਜੋ ਵੀ ਸੱਚ ਹੈ ਉਹ ਸਾਹਮਣੇ ਆ ਸਕੇ। ਔਰ ਘੱਟੋ ਘੱਟ ਇਹ ਜਿਹੜਾ ਲਾਂਛਨ ਹੈ ਕਿ ਮੋਦੀ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨੂੰ ਮਾਰ ਰਹੀ ਹੈ ਜਾਂ ਕਿਸਾਨਾਂ ਨੂੰ ਲੁੱਟਣਾ ਚਾਹੁੰਦੀ ਹੈ, ਇਹਦਾ ਕਾਊਂਟਰ ਜਿਹੜਾ ਹੈ ਉਹ ਕਿੱਦਾਂ ਕੀਤਾ ਜਾਵੇ? ਦੇਖੋ, ਮੈਨੂੰ ਇਹਦਾ ਮੈਂ ਇੱਕ ਛੋਟੀ ਜਿਹੀ ਕਹਾਣੀ ਦੇ ਰੂਪ 'ਚ ਮੈਂ ਤੁਹਾਨੂੰ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਅਸੀਂ ਬਚਪਨ 'ਚ ਤੁਸੀਂ ਵੀ ਪੜ੍ਹੀ ਹੋਣੀ, ਅਸੀਂ ਵੀ ਪੜ੍ਹੀ ਹੈ, ਔਰ ਉਹਦੇ ਮਾਹੀ ਸਾਨੂੰ ਕੁਛ ਨਾ ਕੁਛ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸਾਨ ਇੱਕ ਆਪਣੀ ਗਾਂ ਨੂੰ ਲੈ ਕੇ ਜਾ ਰਿਹਾ ਹੁੰਦਾ ਮਾਰਕੀਟ 'ਚੋਂ ਖਰੀਦ ਕੇ, ਮਤਲਬ ਵੇਚਣ ਦੀ ਲੈ ਕੇ ਜਾ ਰਿਹਾ ਹੁੰਦਾ ਘਰੋਂ, ਕਿ ਮੈਂ ਵੇਚ ਕੇ ਆਪਣਾ ਕੁਝ ਹੋਰ ਜਿਹੜਾ ਘਰ ਦਾ ਗੁਜ਼ਾਰੇ ਵਾਸਤੇ ਕੰਮ ਕਰ ਲਾਂਗਾ। ਤੇ ਮੋਰੇ 4 ਠੱਗ ਖੜੇ ਹੁੰਦੇ। ਤੁਸੀਂ ਸੁਣੀ ਸਾਰੇ ਨੇ ਕਿ ਉਹ ਜਿਹੜਾ ਜਾਂਦਾ ਉਹ ਗਾਂ ਵੇਚਣੀ, ਬੱਕਰੀ ਵੇਚਣੀ ਹੈ, ਉਹ ਕਹਿੰਦਾ ਬੱਕਰੀ ਨਹੀਂ ਗਾ, ਉਹ ਜਾ ਮੂਰਖ ਆਦਮੀ ਆ। ਉਹਨੂੰ ਬੜਾ ਉਹਦਾ ਮੈਨੀਪੂਲੇਟ ਕਰਦਾ, ਉਹਦਾ ਦਿਮਾਗ ਨੂੰ 4 ਟਰਮ ਦੇ ਵਿੱਚ ਜਦੋਂ ਕਿਹਾ ਜਾਂਦਾ ਤੈਨੂੰ ਆਪਣਾ ਵੀ ਲੱਗਣ ਲੱਗ ਜਾਂਦਾ। ਉਹਨੂੰ ਜਦੋਂ ਪਹਿਲੇ ਨੇ ਕਿਹਾ, ਫਿਰ ਦੂਜਾ ਠੱਗ ਆ ਗਿਆ, ਉਹ ਵੀ ਉਸੇ ਤਰ੍ਹਾਂ ਭਾਸ਼ਾ 'ਚ ਬੋਲਣਾ, ਇਹ ਤਾਂ ਬੱਕਰੀ ਆ, ਗਾਂ ਨਹੀਂ। ਫਿਰ ਤੀਜੇ ਕੋ ਚਲਾ ਗਿਆ, ਫਿਰ ਚੌਥੇ ਕੋ, ਜਾਨੀ ਉਹ ਇੰਨਾ ਹੋ ਗਿਆ, ਪਜ਼ਲ ਹੋ ਗਿਆ ਕਿ ਉਹਨੂੰ ਇਹ ਲੱਗਣ ਲੱਗ ਪਿਆ ਕਿ ਮੇਰੇ ਹੱਥ ਜਿਹੜੀ ਮੈਂ ਗਾਂ ਮਾਰਕੀਟ 'ਚ ਲੈ ਕੇ ਜਾ ਰਿਹਾ, ਗਾਂ ਨਹੀਂ ਆ, ਉਹ ਬੱਕਰੀ ਆ। ਉਹ ਔੜੇ ਪੌਣੇ ਭਾਅ ਦੇ ਵਿੱਚ ਬੱਕਰੀ ਦੇ ਹਿਸਾਬ ਨਾਲ ਹੀ ਉਸ ਠੱਗਾਂ ਨੂੰ ਵੇਚ ਕੇ ਆ ਗਿਆ। ਅੱਜ ਜਿਹੜੀਆਂ 4 ਮੰਨ ਲਓ ਠੱਗਾਂ ਦੇ ਰੂਪ 'ਚ ਕੰਮ ਕਰ ਰਿਹਾ, ਅੱਜ ਕਾਂਗਰਸ ਠੱਗਾਂ ਦੇ ਰੂਪ 'ਚ ਕੰਮ ਕਰ ਰਹੀ ਹੈ, ਅੱਜ ਅਕਾਲੀ ਦਲ ਠੱਗ ਦੇ ਰੂਪ 'ਚ ਉਹ ਕੰਮ ਕਰ ਰਹੀ ਹੈ, ਅੱਜ ਆਮ ਆਦਮੀ ਪਾਰਟੀ ਠੱਗ ਦੇ ਰੂਪ 'ਚ ਕਰ ਰਹੀ ਹੈ। ਔਰ ਜਿਹੜੇ ਲਾਲ ਝੰਡੇ ਦੇ ਲੈ ਕੇ ਗਰੀਬਾਂ ਦੇ ਖੂਨ ਚੂਸਣ ਵਾਲੀ, ਗਰੀਬਾਂ ਦੇ ਨਾਂ ਦੇ ਉੱਤੇ ਝੰਡਾ ਚੁੱਕ ਕੇ ਰਾਜਨੀਤੀ ਕਰਨ ਵਾਲੀ ਕਮਿਊਨਿਸਟ ਪਾਰਟੀ ਆ, ਅੱਜ ਉਹ ਵੀ ਠੱਗਾਂ ਦੇ ਰੂਪ 'ਚ ਕੰਮ ਕਰ ਰਹੀ ਹੈ। ਔਰ ਉਸ ਕਹਾਣੀ ਦੇ ਵਿੱਚ ਇੱਕ ਚੀਜ਼ ਜਿਹੜੀ ਸੋਚਣ ਵਾਲੀ ਇਹ ਸੀ ਕਿ ਉਸ ਕਹਾਣੀ ਦੇ ਵਿੱਚ 4 ਠੱਗਾਂ ਨੇ ਰਾਇਤ ਕਰ ਲਈ ਸੀ, ਪਰ ਉਸ ਕਿਸਾਨ ਨੂੰ ਇਹ ਦੱਸਣ ਵਾਲਾ ਨਹੀਂ ਸੀ ਕੋਈ ਕਿ ਭਾਈ ਇਹ ਬੱਕਰੀ ਨਹੀਂ, ਹਕੀਕਤ ਦੇ ਵਿੱਚ ਇਹ ਗਾਂ ਹੀ ਆ। ਇਹਦਾ ਵਜੂਦ ਚਾਹੇ ਜਿੰਨਾ ਮਰਜ਼ੀ ਝੂਠ ਬੋਲ ਲਵੇ, ਇਹ ਸੱਚਾਈ 'ਚ ਗਾਂ ਹੀ ਆ। ਇਹ ਦੱਸਣ ਵਾਲਾ ਉੱਥੇ ਕੋਈ ਨਹੀਂ ਸੀ। ਅੱਜ ਅਸੀਂ ਦੱਸਣ ਵਾਲੇ ਆ ਕਿ ਭਾਈ ਸਾਹਿਬ ਇਹ ਕਿਸਾਨ ਦੇ ਨਾਲ ਠੱਗੀ ਜਿਹੜੀ ਹੋ ਰਹੀ ਆ ਉਹ ਹੋਣ ਨਹੀਂ ਦੇਣੀ। ਇਹ ਠੱਗ ਜਿੰਨਾ ਮਰਜ਼ੀ ਤੁਹਾਨੂੰ ਗੁੰਮਰਾਹ ਕਰ ਲੈਣ, ਪਰ ਅਸੀਂ ਸੱਚਾਈ ਕੀ ਆ ਇਹ ਦੱਸਾਂਗੇ। ਔਰ ਅੱਜ ਅਸੀਂ ਉਹ ਸਿੱਧਾ, ਜੇ ਕਿਸਾਨ ਸਾਡੇ ਨਾਲ ਬੈਠ ਕੇ ਗੱਲ ਕਰਨ ਤਾਂ ਅਸੀਂ ਉਹਨਾਂ ਨੂੰ ਦੱਸਣ ਨੂੰ ਤਿਆਰ ਹਾਂ, ਪਰ ਨਹੀਂ ਤਾਂ ਸਭ ਤੋਂ ਵੱਡਾ ਮਾਧਿਅਮ ਹੈ ਉਹ ਤੁਸੀਂ ਹੋ। ਔਰ ਤੁਹਾਡਾ ਪੰਚਾਇਤਨਾਮਾ ਜਿਹੜਾ ਮੀਡੀਆ ਆ,
ਇਹਦੇ ਮਾਧਿਅਮ ਦੇ ਨਾਲ ਅਸੀਂ ਕਿਸਾਨਾਂ ਨੂੰ ਇਹ ਦੱਸਣਾ ਚਾਹਾਂਗੇ ਕਿ ਅੱਜ ਜਿਨ੍ਹਾਂ ਦੇ ਥੱਲੇ ਤੁਸੀਂ ਆ ਗਏ, ਜਿਨ੍ਹਾਂ ਦੀਆਂ ਗੱਲਾਂ ਤੇ ਯਕੀਨ ਨਾ ਕਰ ਰਹੇ ਹੋ, ਉਹ ਤੁਹਾਡੀ ਗਾਂ ਨੂੰ ਬੱਕਰੀ ਬਣਾ ਰਹੇ ਆ। ਹਕੀਕਤ 'ਚ ਤੁਹਾਡੀ ਜਿਹੜੀ ਗਾਂ ਆ ਉਹਦਾ ਵਜੂਦ ਭਾਵ ਕਿ ਇਹ ਜਿਹੜੇ ਐਕਟ ਆ ਇਹ ਸਹੀ ਮੈਨੇ 'ਚ ਤੁਹਾਡੇ ਹਿੱਤਾਂ 'ਚ ਆ, ਔਰ ਉਹਦੇ ਲਈ ਅਸੀਂ ਤੁਹਾਨੂੰ ਹਰ ਗੱਲ ਸਮਝਾਉਣ ਨੂੰ ਵੀ ਤਿਆਰ ਕਰਦੇ ਆ। ਔਰ ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਵੀ ਕਹਾਂਗਾ ਕਿ ਜਾਂ ਤਾਂ ਉਹ ਆਪ ਇਸ ਦੇ ਉੱਤੇ ਤਰਕ ਨੂੰ ਪੜ੍ਹਨ ਔਰ ਸੋਚਣ ਔਰ ਅਗਲੀ ਗੱਲ ਕਰਨ। ਅਗਰ ਕਿਤੇ ਭੁਲੇਖਾ ਹੈ ਤਾਂ ਸਾਨੂੰ ਕਿਸੇ ਨੂੰ ਵੀ ਬੁਲਾ ਲੈਣ, ਅਸੀਂ ਆਉਣ ਨੂੰ ਤਿਆਰ ਹਾਂ, ਅਸੀਂ ਤੁਹਾਡੇ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ। ਔਰ ਮੈਂ ਇਹ ਕਹਾਂਗਾ ਕਿ ਜਾਂ ਤਾਂ ਅਸੀਂ ਉਹਨਾਂ ਨੂੰ ਆਪਣੀ ਗੱਲ ਕਨਵਿੰਸ ਕਰ ਲਾਂਗੇ ਜਾਂ ਉਹ ਸਾਨੂੰ ਕਨਵਿੰਸ ਕਰ ਦੇਣ। ਔਰ ਜੇ ਸਾਨੂੰ ਇਹ ਕਨਵਿੰਸ ਕਰ ਦੇਣ ਕਿ ਤੁਹਾਡਾ ਜਿਹੜਾ ਕਾਨੂੰਨ ਹੈ ਸਾਡੇ ਫਲਾਨੀ ਲਾਈਨ ਫਲਾਨੀ ਜਗ੍ਹਾ ਤੇ ਸਾਨੂੰ ਨੁਕਸਾਨ ਦੇ ਸਕਦਾ, ਤੇ ਅਸੀਂ ਕਿਸਾਨਾਂ ਦੇ ਹਿਤਕਾਰੀ ਆ ਤੇ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਇਹਨਾਂ ਦੇ ਨਾਲ ਖੜੇ ਹੋ ਕੇ, ਭਾਵ ਜਿੱਦਾਂ ਹੁਣ ਪਾਣੀਆਂ ਦਾ ਮਸਲਾ ਹੈ, ਸਾਡੀ ਕੇਂਦਰ ਸਰਕਾਰ ਕੀ ਕਹਿਣਾ ਚਾਹੂਗੀ, ਜਾਂ ਹਰਿਆਣਾ 'ਚ ਬੀਜੇਪੀ ਦੀ ਸਰਕਾਰ ਹੈ ਕੀ ਕਹਿੰਦੀ ਹੈ ਕਿ ਪਾਣੀ ਸਾਨੂੰ ਦਿਓ, ਅਸੀਂ ਵੀ ਬੀਜੇਪੀ ਦੇ ਆ, ਉਸ ਨਜ਼ਰੀਏ ਨਾਲ ਤਾਂ ਅਸੀਂ ਦੇ ਦੇਣਾ ਚਾਹੀਦਾ। ਪਰ ਸਾਨੂੰ ਇਹ ਸਮਝ ਆਉਂਦੀ ਹੈ ਕਿ ਪੰਜਾਬ ਦਾ ਪਾਣੀ ਪੰਜਾਬ ਦੀ ਪ੍ਰਮੁੱਖਤਾ ਪਹਿਲਾਂ ਆ, ਸਾਡਾ ਅਧਿਕਾਰ ਪਹਿਲਾਂ ਆ, ਔਰ ਜੇ ਅਸੀਂ ਦੇ ਦਈਏ ਤੇ ਪੰਜਾਬ ਦਾ ਕੀ ਨੁਕਸਾਨ ਹੈ। ਅਸੀਂ ਵਕਾਲਤ ਕਰਦੇ ਹਾਂ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਰਹੇ, ਪੰਜਾਬ ਦਾ ਪ੍ਰਧਾਨ ਰਿਹਾ, ਮੈਂ ਡਟ ਕੇ ਕਿਹਾ ਕਿ ਅਗਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਖੜੇ ਹਾਂ, ਉਸ ਵੇਲੇ ਚਲੋ ਸਾਡਾ ਸਮਝੌਤਾ ਵੀ ਸੀ, ਪਰ ਜਦੋਂ ਕਾਂਗਰਸ ਦੀ ਸਰਕਾਰ ਆਈ ਮੈਂ ਕੈਪਟਨ ਸਾਹਿਬ ਨੂੰ ਵੀ ਅਸੀਂ ਕਿਹਾ ਔਰ ਬਕਾਇਦਾ ਮੰਚਾਂ ਤੋਂ ਵੀ ਕਿਹਾ ਕਿ ਇਹਦੇ 'ਚ ਮਸਲਾ ਕਾਂਗਰਸ ਬੀਜੇਪੀ ਦਾ ਨਹੀਂ, ਪੰਜਾਬ ਦੇ ਹਿੱਤਾਂ 'ਚ ਆ। ਔਰ ਮੈਂ ਪੰਜਾਬ ਦਾ ਸਪੂਤ ਹੋਣ ਦੇ ਨਾਤੇ ਅਸੀਂ ਇਹ ਠੋਕ ਕੇ ਕਹਿੰਦੇ ਆ ਕਿ ਪੰਜਾਬ ਦਾ ਪਾਣੀ ਜਿਹੜਾ ਆ ਉਹ ਬਾਹਰ ਨਹੀਂ ਜਾਣਾ ਚਾਹੀਦਾ, ਕਿਉਂਕਿ ਸਾਨੂੰ ਸਮਝ ਆ ਗਈ ਸੀ, ਸਾਨੂੰ ਕਿਸਾਨਾਂ ਨੇ ਕਨਵਿੰਸ ਕੀਤਾ, ਅਸੀਂ ਉਹਦੀ ਗੱਲ ਮੰਨੀ। ਅੱਜ ਵੀ ਅਸੀਂ ਕਹਿੰਦੇ ਆ ਕਿ ਜੋ ਕਨਵਿੰਸ ਕਰ ਦੇਣਗੇ ਤੇ ਜੇ ਮੈਂ ਪਾਣੀ ਦੀ ਵਕਾਲਤ ਕਰ ਸਕਦਾ ਤਾਂ ਮੈਂ ਕਿਸਾਨ ਦੀ ਵਕਾਲਤ ਕਿਉਂ ਨਹੀਂ ਕਰਾਂਗਾ। ਜੇ ਮੈਨੂੰ ਅਗਰ ਜਿੱਦਾਂ ਮੈਂ ਤੁਹਾਨੂੰ ਸਮਝਾ ਰਿਹਾ ਕਿ ਅਸੀਂ ਜੋ ਕਰ ਰਹੇ ਹਾਂ ਤੇ ਕਿਸਾਨਾਂ ਦੇ ਹਿੱਤ 'ਚ ਕਰ ਰਹੇ ਤੇ ਉਹ ਫਿਰ ਕਿਸਾਨਾਂ ਵੀਰਾਂ ਨੂੰ ਵੀ ਇਹਦੇ ਤੇ ਇੰਨੇ ਗੁੱਸੇ ਨਾਲ ਜਾਂ ਇਸ ਤਰ੍ਹਾਂ ਦਾ ਰੂਟ ਲੈ ਕੇ ਨਹੀਂ ਕਰਨਾ ਚਾਹੀਦਾ। ਔਰ ਮੈਂ ਕਿਸਾਨ ਵੀਰਾਂ ਨੂੰ ਅਪੀਲ ਵੀ ਕਰਾਂਗਾ ਕਿ ਤੁਹਾਡੇ ਮਾਧਿਅਮ ਦੇ ਨਾਲ ਸਰਕਾਰ ਆਪਣੀਆਂ ਰੋਟੀਆਂ ਸੇਕ ਰਹੀ ਹੈ, ਰਾਜਨੀਤਿਕ ਪਾਰਟੀਆਂ ਆਪਣੀਆਂ ਰੋਟੀਆਂ ਸੇਕ ਰਹੇ ਨੇ। ਜਿਹੜਾ ਪੰਜਾਬ ਦੇ ਵਿੱਚ ਕਰ ਦਿੱਤਾ ਤੁਸੀਂ ਉਹ ਦੇਖ ਲਿਆ, ਵਿਧਾਨ ਸਭਾ 'ਚ ਕਰਕੇ ਅੰਦਰ ਕੁਛ ਆਏ ਬਾਹਰ ਕੁਛ ਕੀਤਾ ਹੈ, ਉਹ ਸਾਰਾ ਤੁਹਾਨੂੰ ਧੂਲ ਚੋਕ ਰਹੇ ਨੇ। ਤੁਸੀਂ ਠੱਗਾਂ ਦੇ ਵਿੱਚ ਘੇਰੇ ਹੋਏ ਆਪਣੀ ਗਾਂ ਨੂੰ ਬੱਕਰੀ ਦੇ ਭਾਅ ਦੇ ਵਿੱਚ ਵੇਚ ਰਹੇ ਹੋ। ਹਕੀਕਤ ਦੇ ਵਿੱਚ ਤੁਸੀਂ ਸਾਡੀ ਗੱਲ ਨੂੰ ਸੁਣ ਲਓ, ਨਹੀਂ ਚੰਗੀ ਲੱਗੇਗੀ ਤਾਂ ਅਸੀਂ ਤੁਹਾਡੇ ਨਾਲ ਹੋ ਜਾਾਂਗੇ, ਕਿਉਂ ਨਹੀਂ ਹੋਵਾਂਗੇ। ਅਸੀਂ ਪੰਜਾਬ 'ਚ ਰਹਿਣਾ ਆ, ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰਾਂਗੇ ਤੇ ਸਾਡਾ ਪੰਜਾਬ 'ਚ ਰਹਿਣ ਦਾ ਕੋਈ ਹੱਕ ਨਹੀਂ ਬਣਦਾ। ਇਸ ਕਰਕੇ ਮੈਂ ਸਪਸ਼ਟ ਸ਼ਬਦਾਂ, ਇੰਨੇ ਵਧੀਆ ਸਪਸ਼ਟ ਸ਼ਬਦਾਂ 'ਚ ਹੋਰ ਕੋਈ ਗੱਲ ਨਹੀਂ ਕੀਤੀ ਜਾ ਸਕਦੀ। ਪਰ ਇਹ ਵੀ ਨਹੀਂ ਕਿ ਕੋਈ ਕਹੇ ਕਿ ਤੁਸੀਂ ਆਹ ਕਰ ਦਿਓ, ਅੱਖਾਂ ਮੀਟ ਕੇ ਅਸੀਂ ਕਿਸੇ ਦੀ ਗੱਲ ਗਲਤ ਨੂੰ ਵੀ ਸੱਚ ਕਹਿ ਦਈਏ, ਠੀਕ ਕਹਿ ਦਈਏ, ਉਹ ਇੰਨਾ ਵੀ ਅਸੀਂ ਮੂਰਖ ਨਹੀਂ ਬਣਨਾ ਚਾਹਾਂਗੇ। ਤੁਸੀਂ ਵੀ, ਮੈਂ ਕਹਾਂਗਾ ਕਿ ਤੁਸੀਂ ਵੀ ਉਹਨਾਂ ਦੇ ਹੱਥਾਂ 'ਚ, ਕਿਸਾਨ ਵੀਰਾਂ ਨੂੰ, ਕਿ ਤੁਸੀਂ ਵੀ ਉਹਨਾਂ ਦੇ ਹੱਥਾਂ 'ਚ ਨਾ ਖੇਡੋ। ਸੰਪਲਾ ਜੀ, ਇੱਕ ਹੋਰ ਸਵਾਲ ਹੈ ਮੇਰੇ ਮਨ 'ਚ। ਵਿਧਾਨ ਸਭਾ ਦੇ ਵਿੱਚ ਜਿਹੜਾ ਪ੍ਰਸਤਾਵ ਪੰਜਾਬ ਸਰਕਾਰ ਲੈ ਕੇ ਆਈ ਹੈ, ਦਿੱਲੀ ਤੋਂ ਆਏ ਪ੍ਰਸਤਾਵਾਂ ਨੂੰ ਕੱਟ ਕੇ ਅਲੱਗ ਤੋਂ ਇੱਕ ਨਵਾਂ ਕਾਨੂੰਨ ਬਣਾਉਣ ਦਾ ਖਰੜਾ ਜਿਹੜਾ ਆਇਆ, ਉਹ ਸਾਰੇ ਸਿਲਸਿਲੇ 'ਚ ਜੋ ਕੁਝ ਵੀ ਹੋਇਆ ਔਰ ਜੋ ਵੀ ਉਹਨਾਂ ਦੀਆਂ ਅੱਗੋਂ ਸੰਭਾਵਨਾਵਾਂ ਨੇ, ਉਹਦੇ ਬਾਰੇ ਤੁਸੀਂ ਆਪਣਾ ਵਿਚਾਰ ਦਿਓ, ਕਿਉਂਕਿ ਇਸ ਮਾਮਲੇ 'ਚ ਤੁਹਾਡਾ ਓਪੀਨੀਅਨ ਅਜੇ ਤੱਕ ਆਇਆ ਨਹੀਂ ਕਿਤੇ। ਨਹੀਂ, ਐਸਾ ਨਹੀਂ ਹੈ ਕਿ ਮੈਂ ਦਿੱਤਾ ਨਹੀਂ, ਇਹਦੇ ਤੇ ਆਪਣੀ ਗੱਲ ਜ਼ਰੂਰ ਕੀਤੀ ਹੈ, ਪਰ ਨਾਲ ਨਾਲ ਮੈਂ ਇਹ ਵੀ ਕਹਾਂਗਾ ਕਿ ਜਿਹੜਾ ਕੀਤਾ ਹੈ ਬਹੁਤ ਵੱਡਾ ਧੋਖਾ ਕਿਸਾਨਾਂ ਦੇ ਨਾਲ ਜੀ। ਇੱਕ ਪਾਸੇ ਅਸੀਂ ਬੜੀਆਂ ਮੰਚਾਂ ਤੋਂ ਜ਼ੋਰ ਸ਼ੋਰ ਨਾਲ ਕਰਦੇ ਹਾਂ, ਉਹੀ ਇਹ ਕਾਂਗਰਸ ਵਾਲੇ ਵੀ, ਅਕਾਲੀ ਦਲ ਵਾਲੇ ਵੀ, ਆਮ ਆਦਮੀ ਵਾਲੇ, ਕਿ 2 ਫਸਲਾਂ ਤੇ ਸਾਨੂੰ MSP ਮਿਲਦਾ ਹੈ, ਬਾਕੀ 23 ਫਸਲਾਂ ਦੇ ਵਿੱਚ 21 ਨੂੰ ਮਿਲਦਾ ਨਹੀਂ। ਅੱਜ ਤਾਂ ਤੁਸੀਂ ਕਾਨੂੰਨਨ ਕਹਿ ਦਿੱਤਾ ਕਿ ਤੁਹਾਡੀ ਤੀਸਰੀ ਫਸਲ ਵੀ ਕਿਸਾਨ ਨੂੰ ਜਿਹੜੀ ਪੰਜਾਬ ਸਰਕਾਰ ਬਾਉਂਡਡ ਨਹੀਂ ਕਿ ਤੁਹਾਡੀ ਲੈਣ ਲਈ, ਸਿਰਫ 2 ਹੀ ਫਸਲਾਂ ਲੈਣੀਆਂ, ਔਰ ਉਹ ਵੀ ਪੰਜਾਬ ਸਰਕਾਰ ਨੇ ਨਹੀਂ ਖਰੀਦਣੀ, ਉਹ ਵੀ ਕੇਂਦਰ ਸਰਕਾਰ ਨੇ ਖਰੀਦਣੀਆਂ। ਸੋ ਤੁਹਾਨੂੰ ਦਿੱਤਾ ਕੀ ਹੈ? ਅੱਜ ਉੱਥੇ ਮੈਂ ਦੇਖ ਰਿਹਾ ਸੀ ਫੇਸਬੁੱਕ ਤੇ ਫਲਾਣਾ ਤੇ ਜੇ ਤੇ ਉਹ ਤੇ ਵੀ ਉਹ ਕਿਸਾਨਾਂ ਦਾ ਰਾਖਾ ਫਲਾਨਾ ਇਹ ਕਰਤਾ ਉਹ ਕਰਤਾ। ਸਭ ਤੋਂ ਵੱਡਾ ਧੋਖਾ ਖਾ ਕੇ ਤੁਸੀਂ ਉਹਨੂੰ ਜਿਹੜੇ ਉਹਨਾਂ ਦੀਆਂ ਸ਼ਰਤਾਂ ਕਰੋ, ਇਹ ਠੱਗੇ ਹੋ ਨਹੀਂ ਗਏ ਤਾਂ ਹੋਰ ਕੀ ਹੈ। ਔਰ ਅੱਜ ਜਿਨ੍ਹਾਂ ਨੂੰ ਇੰਨਾ ਕੁਝ ਸਮਝਾਉਣ ਤੋਂ ਬਾਅਦ ਉਹ ਤਾਂ ਜਿਹੜੇ ਸਾਡਾ ਵਿਰੋਧ ਕਰ ਰਹੇ, ਪਰ ਜਿਨ੍ਹਾਂ ਨੇ ਸਿੱਧਾ ਹੀ ਕਹਿਤਾ ਕਿ ਹੁਣ ਤੁਹਾਨੂੰ ਬਾਕੀ ਫਸਲਾਂ ਸਾਡੇ ਕੋਲ ਮੰਗਿਓ ਹੀ ਨਾ, ਉਹਨਾਂ ਦਾ BKU ਜਿਹੜੀ ਆ ਉਹਦਾ ਧੰਨਵਾਦ ਕਰ ਰਹੀ ਹੈ ਭਾਰਤ ਕਿਸਾਨ ਯੂਨੀਅਨ। ਸਭ ਤੋਂ ਵੱਡਾ ਇਹਦਾ ਮਤਲਬ ਕੀ ਹੋਇਆ
ਕਿ ਭਾਰਤ ਕਿਸਾਨ ਯੂਨੀਅਨ ਆਪਣੀ ਮਰਜ਼ੀ ਜਾਂ ਕਿਸਾਨਾਂ ਦੇ ਹਿੱਤਾਂ ਦੇ ਲਈ ਅੰਦੋਲਨ ਕਰਦੀ ਹੁੰਦੀ ਤਾਂ ਇਹ ਜ਼ਰੂਰ ਦੇਖਦੀ ਕਿ ਭਾਈ ਇਹ ਪੁੱਛਦੀ ਕਿ ਵੀ 21 ਦੀ ਤਾਂ ਕਰਤੀ ਜਾਂ 23 ਸਰਕਾਰ ਨੇ ਤੇਈਆਂ ਪ੍ਰੂਫ ਕੀਤੀਆਂ ਹੋਈਆਂ। 21 ਨੂੰ ਕਿੱਥੇ ਸਿੱਟੇ 2 ਦੀ ਕਰ ਦਿੱਤੀ ਆ ਤੇ 21 ਜਿਹੜੀਆਂ ਫਸਲਾਂ ਉਹਨਾਂ ਦਾ ਕੀ ਬਣੂਗਾ। BKU ਨੇ ਇਹ ਨਹੀਂ ਪੁੱਛਿਆ ਔਰ ਉਹਦਾ ਮਤਲਬ ਹੈ BKU ਕਾਂਗਰਸ ਦੇ ਜਾਂ ਬਾਕੀ ਪਾਰਟੀਆਂ ਦੇ ਹੱਥਾਂ 'ਚ ਖੇਲ ਰਹੀ ਹੈ। ਹਕੀਕਤ 'ਚ ਕਿਸਾਨਾਂ ਦਾ ਹਿੱਤ ਨਹੀਂ ਪੂਰ ਰਹੀ, ਜਿਹੜੀ ਮੈਂ ਇਹਦੇ 'ਚ ਗੱਲ ਕਰਨੀ ਚਾਹਾਂ। ਦੂਸਰਾ, ਕਿਸਾਨ ਦੇ ਜਾਂ ਕਿਸੇ ਵੀ ਕਾਨੂੰਨ ਨੂੰ ਜਿਹੜਾ ਕੇਂਦਰ ਵੱਲੋਂ ਪਾਸ ਹੁੰਦਾ, ਕਿਉਂਕਿ ਉਹ ਜਿਹੜਾ ਪਾਸ ਹੋਣ ਤੋਂ ਪਹਿਲਾਂ ਸਾਰੇ ਸੂਬਿਆਂ ਨੂੰ ਭੇਜਿਆ ਜਾਂਦਾ, ਉਹਦੀਆਂ ਮੀਟਿੰਗਾਂ ਦੇ ਵਿੱਚ ਸੂਬੇ ਦੇ ਜਿਹੜੇ ਨੁਮਾਇੰਦੇ ਹੁੰਦੇ, ਅਧਿਕਾਰੀ ਵੀ ਆਉਂਦੇ, ਚੀਫ ਸੈਕਟਰੀ ਵੀ ਆਉਂਦਾ, ਸੈਕਟਰੀ ਵੀ ਆਉਂਦਾ, ਮੰਤਰੀ ਵੀ ਆਉਂਦਾ, ਚੀਫ ਮਿਨਿਸਟਰ ਵੀ ਆਉਂਦਾ। ਚੀਫ ਮਿਨਿਸਟਰ ਆਪ ਤਾਂ ਕਦੀ ਜਾਂਦਾ ਨਹੀਂ, ਕਿਉਂਕਿ ਉਹਦੀ ਆਪਣੀ ਨਾ ਪ੍ਰੋਟੋਕਾਲ ਜਾਣਾ ਹੁੰਦਾ, ਪ੍ਰੋਟੋਕਾਲ ਨਹੀਂ। ਮਿਨਿਸਟਰ ਆਖਰ ਪ੍ਰਧਾਨ ਮੰਤਰੀ ਜਾਂ ਮੀਟਿੰਗ ਕਰਦਾ, ਚੀਫ ਮਿਨਿਸਟਰ ਦੀ ਮੀਟਿੰਗ ਕਰਦਾ, ਤੇ ਉਹ ਪ੍ਰੋਟੋਕਾਲ ਚੀਫ ਮਿਨਿਸਟਰ ਦਾ ਉੱਥੇ ਜਾਣਾ ਬਣਦਾ। ਸਾਡੇ ਉਹਨਾਂ ਕੋਲ ਟਾਈਮ ਹੈ ਨਹੀਂ ਕਿਸੇ ਕੋਲ, ਕਿਸਾਨੀ ਲਈ, ਗਰੀਬ ਲਈ ਕਿਤੇ ਟਾਈਮ ਨਹੀਂ। ਉਹਨੂੰ ਟਾਈਮ ਸ਼ਾਮ ਨੂੰ 5 ਵਜੇ ਤੋਂ ਬਾਅਦ ਕਿਤੇ ਹੋਰ ਹੁੰਦਾ। ਉਹ ਅਪਾਇੰਟਮੈਂਟ ਜਿਹੜੀ ਆ ਉਹ ਤੁਸੀਂ ਮੈਂ ਨਹੀਂ ਦੇ ਕਰ ਸਕਦੇ ਸ਼ਾਇਦ। ਸੋ ਉਹਨਾਂ ਦੀ ਅਪਾਇੰਟਮੈਂਟ ਅਲੱਗ ਤਰ੍ਹਾਂ ਦੀ ਹੁੰਦੀ। ਔਰ ਉਹਨਾਂ ਨੇ ਪਹਿਲੀ 'ਚ ਗਿਆ ਨਹੀਂ, ਦੂਜੀ 'ਚ ਮਨਪ੍ਰੀਤ ਸਿੰਘ ਬਾਦਲ ਜੀ ਜੋ ਤੁਹਾਡੇ ਵਿੱਤ ਮੰਤਰੀ ਆ ਉਹ ਭੇਜੇ, ਔਰ ਉੱਥੇ ਜਾ ਕੇ ਕਹਿ ਕੇ ਆਏ ਹੋ ਕਿ ਤੁਸੀਂ ਤਾਂ ਹਲੇ ਗੱਲਾਂ ਕਰਦੇ ਫਿਰਦੇ ਆ, ਤੁਸੀਂ ਤਾਂ ਹਲੇ ਲਾਗੂ ਕਾਨੂੰਨ ਬਣਾਉਣਾ ਨਹੀਂ ਬਣਾਉਣਾ। ਨਹੀਂ ਤਾਂ 2017 'ਚ ਲਾਗੂ ਵੀ ਕਰਤਾ। 2017 'ਚ ਜਿਹੜੀ ਓਪਨ ਮਾਰਕੀਟ ਦਾ ਉਹ ਕਾਂਗਰਸ ਨੇ ਕੀਤਾ। 2013 'ਚ ਅਕਾਲੀ ਦਲ ਨੇ ਜਿਹੜਾ ਆ ਉਹ ਕੰਟਰੈਕਟ ਫਾਰਮਿੰਗ ਤੇ ਕੀਤਾ। 2017 'ਚ ਤੁਹਾਡੀ ਓਪਨ ਮਾਰਕੀਟ ਦੇ ਵਿੱਚ ਜਿਹੜੀ ਖੁੱਲੀ ਛੁੱਟੀ ਦਿੱਤੀ ਇੰਟਰਨੈਸ਼ਨਲ ਜਿੱਥੇ ਮਰਜ਼ੀ ਵੇਚਣ, ਉਹ 2017 'ਚ ਕਾਂਗਰਸ ਨੇ ਕਰਤਾ। ਜਿਹਦਾ ਵਿਰੋਧ ਕਰ ਰਹੇ ਨਾ ਉਹ ਕਾਂਗਰਸ ਨੇ 2017 'ਚ ਕਰ ਦਿੱਤਾ ਆ। ਅੱਛਾ ਜੀ, ਕਾਨੂੰਨ ਬਣਾਤਾ। ਹਾਂਜੀ, ਤੇ ਜਿਹੜਾ ਤੁਸੀਂ ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਹੋ ਉਹ 2013 'ਚ ਅਕਾਲੀ ਦਲ ਨੇ ਬਣਾਤਾ। ਹੁਣ ਮੈਨੂੰ ਪਹਿਲਾਂ ਇਹ ਪੁੱਛ ਲਿਓ, ਪਹਿਲੀ ਗੱਲ ਉਹ ਕਾਨੂੰਨਾਂ ਨੂੰ ਜਿਹੜੇ ਤੁਸੀਂ ਆਪਣੇ ਪਹਿਲਾਂ ਰੱਦ ਕਰ ਲਓ, ਫਿਰ ਦੂਸਰੀ ਗੱਲ। ਦੂਸਰਾ, ਕੇਂਦਰ ਦਾ ਬਣਾਇਆ ਹੋਇਆ ਕਾਨੂੰਨ ਸੂਬਿਆਂ ਕੋਲ ਅਧਿਕਾਰ ਹੀ ਨਹੀਂ, ਅਦਰਵਾਈਜ਼ ਤਾਂ ਫੈਡਰਲ ਸਿਸਟਮ ਹੀ ਟੁੱਟ ਜਾਏਗਾ। ਜਿਹਦਾ ਜਿਹੜੀ ਇੱਕ ਦੇਸ਼ ਤਾਂ ਇੱਕ ਰਾਸ਼ਟਰ ਤਾਂ ਰਹੇਗਾ ਨਹੀਂ ਨਾ। ਉਹ ਤਾਂ ਜਿਹਦਾ ਮੂੰਹ ਜਿੱਧਰ ਨੂੰ ਚੱਲਿਆ ਉਹ ਦੇਸ਼ ਤਾਂ ਦੇਸ਼ ਖਤਮ ਹੋ ਗਿਆ, ਜਿੱਧਰ ਨੂੰ ਮੂੰਹ ਚੱਕਿਆ ਉਧਰ ਨੂੰ ਚਲੇ ਗਿਆ। ਐਸਾ ਸੂਬਾ ਕੋਈ ਕਿੱਧਰ ਨੂੰ ਚਲਾ ਗਿਆ, ਕੋਈ ਕਿੱਧਰ ਨੂੰ ਚਲਾ ਗਿਆ, ਐਸਾ ਨਹੀਂ ਹੋ ਸਕਦਾ। ਇੱਕ ਫੈਡਰਲ ਸਿਸਟਮ ਹੈ ਔਰ ਜੋ ਕੇਂਦਰ ਕਾਨੂੰਨ ਇੱਕ ਲੋਕ ਸਭਾ ਦੇ ਵਿੱਚ ਪਾਸ ਹੋ ਜਾਂਦਾ ਉਸ ਨੂੰ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਉਹਨੂੰ ਬਦਲਿਆ ਨਹੀਂ ਜਾ ਸਕਦਾ ਔਰ ਕਿਸੇ ਵੀ ਸਟੇਟ ਕੋਲ ਕੋਈ ਅਧਿਕਾਰ ਨਹੀਂ ਹੁੰਦਾ। ਪਹਿਲੀ ਗੱਲ ਤਾਂ ਇਹਦਾ ਮਤਲਬ ਉਹਨਾਂ ਨੂੰ ਧੋਖਾ ਦਿੱਤਾ। ਪਤਾ ਇੰਨਾ ਅਨਪੜ੍ਹ ਉਹ ਨਹੀਂ ਹੈਗਾ, ਆਈਵਾਸ਼ ਕੀਤਾ। ਇੰਨਾ ਅਨਪੜ੍ਹ ਤਾਂ ਕੋਈ ਵੀ ਨਹੀਂ ਹੈਗਾ ਜਿਹੜਾ ਨਾ ਅਕਾਲੀ ਦਲ ਤੇ ਨਾ ਉਹ। ਉਦਾਂ ਤਾਂ ਬੜੀਆਂ ਯੂਨੀਵਰਸਿਟੀਆਂ 'ਚ ਪੜ੍ਹ ਕੇ ਅੰਗਰੇਜ਼ੀ ਬਹੁਤ ਬੋਲਦੇ ਆ ਤੇ ਬਾਕੀ ਵੀ ਪੜ੍ਹੇ। ਮੈਂ ਤਾਂ ਅਨਪੜ੍ਹ ਆਦਮੀ ਆ, ਮੈਨੂੰ ਇੰਨੀ ਕੁ ਸਮਝ ਆ ਉਹ ਨਹੀਂ ਕਰ ਸਕਦੇ। ਜੇ ਮੇਰੇ ਵਰਗੇ ਅਨਪੜ੍ਹ ਨੂੰ ਸਮਝ ਹੈਗੀ ਆ ਤੇ ਬਾਕੀ ਵੀ ਪੜ੍ਹੇ ਲਿਖਿਆਂ ਦੇ ਵਿੱਚ ਸਮਝ ਹੋਣੀ ਚਾਹੀਦੀ ਆ। ਇਸ ਕਰਕੇ ਉਹ ਕਰ ਨਹੀਂ ਸਕਦੇ। ਪਹਿਲੀ ਗੱਲ ਜੋ ਕੀਤਾ ਉਹਦੇ 'ਚ ਧੋਖਾ ਕੀਤਾ। ਔਰ ਤੀਸਰਾ ਜਿਹੜਾ ਸੀ, ਇਸ ਧੋਖੇ ਦੇ ਵਿੱਚ ਉਹਨਾਂ ਨੇ ਆਪਣੀ ਸੇਵ ਵੀ ਕੀਤੀ ਹੈ, ਆਪਣੀਆਂ ਗਲਤੀਆਂ ਵੀ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਤੁਸੀਂ ਪੁੱਛੋਗੇ ਗਲਤੀਆਂ ਕਿਉਂ? ਕਿਉਂਕਿ ਗੱਲ ਫਸਲਾਂ ਤਾਂ 23 ਦੇ ਉੱਤੇ ਉਹ ਹੈਗੀ ਆ MSP ਕੇਂਦਰ ਨੇ ਦਿੱਤੀ ਹੋਈ ਹੈ। ਕੇਂਦਰ ਤਾਂ ਸਿਰਫ ਤੈਅ ਕਰਦਾ ਰੇਟ। ਕੇਂਦਰ ਸਿਰਫ 2 ਫਸਲਾਂ ਖਰੀਦਦਾ ਮੋਟੀਆਂ, ਕਿਉਂਕਿ ਅਨਾਜ ਨਹੀਂ ਕਰਦਾ। ਕੁਝ ਜਗ੍ਹਾ ਦੇ ਉੱਤੇ ਉਹ ਦਾਲਾਂ ਵਗੈਰਾ ਵੀ ਖਰੀਦਦਾ, ਸਾਰੀ ਜਗ੍ਹਾ ਤੇ ਉਹਨਾਂ ਦੀਆਂ ਸਰਕਾਰੀ ਏਜੰਸੀਆਂ ਵੀ ਖਰੀਦਦਾ। ਹਰ ਸੂਬੇ ਦੇ ਵਿੱਚ ਆਪੋ ਆਪਣੀਆਂ ਏਜੰਸੀਆਂ ਹੁੰਦੀਆਂ। ਪੰਜਾਬ 'ਚ ਵੀ 4-5 ਏਜੰਸੀਆਂ ਖਰੀਦਦੀਆਂ ਹੈ, ਜਿਹਦੇ ਵਿੱਚ ਪੰਜਾਬ ਐਗਰੋ ਵੀ ਹੈ, ਪਨ ਗ੍ਰੇਨ ਵੀ ਹੈ, ਪਨਸਪ ਵੀ ਹੈ, ਮਾਰਕਫੈਡ ਵੀ ਹੈ। 4 ਏਜੰਸੀਆਂ ਜਿਹੜੀਆਂ ਕੰਮ ਕਰਦੀਆਂ। ਮਾਰਕਫੈਡ ਦਾ ਕੰਮ ਹੈ ਕਿ ਪੰਜਾਬ ਦੇ ਕੋਲੋਂ ਜਿਹੜੀਆਂ ਵੀ ਲੈ ਕੇ ਕੁਛ ਵੀ ਮੰਨ ਲਓ ਦਾਲਾਂ ਸਬਜ਼ੀਆਂ ਲੈ ਕੇ ਉਹਨੂੰ ਪ੍ਰੋਸੈਸਿੰਗ ਕਰਨਾ, ਤੇਲ ਬਣਾਉਣਾ, ਮੰਨ ਲਓ ਉਹਦਾ ਪ੍ਰੋਸੈਸਿੰਗ ਸਿਸਟਮ ਸ਼ੁਰੂ ਕਰਨਾ। ਬਾਕੀਆਂ ਦਾ ਕਿਸੇ ਦਾ ਕੰਮ ਹੈ ਸਟੋਰ ਕਰਨਾ, ਕਿਸੇ ਦਾ ਮਸਾਲੇ ਲੈਣਾ, ਕਿਸੇ ਦਾ ਦਾਣਾ ਲੈਣਾ, ਕਿਸੇ ਦਾ ਮੱਕੀ ਖਰੀਦਣਾ, ਅਲੱਗ-ਅਲੱਗ ਹੈ। ਕੀ ਅੱਜ ਜਿਹੜੇ ਰੌਲਾ ਇੰਨੇ ਕਿਸਾਨਾਂ ਦੇ ਹਿਤੈਸ਼ੀ ਆ, ਬੜੇ ਦਾਅਵੇ ਕਰਦੇ ਅਸੀਂ ਕਿਸਾਨੀ ਦੀ ਬਚਾਇਆ, ਅਸੀਂ ਆਹ ਕੀਤਾ ਉਹ ਕੀਤਾ। ਮੈਨੂੰ ਇੱਕ ਦੱਸ ਦੇਣ ਕਿ ਮਾਰਕਫੈਡ ਨੇ ਜੋ FCI ਨੇ ਖਰੀਦਿਆ ਉਸ ਤੋਂ ਇਲਾਵਾ ਕੀ ਖਰੀਦੀ ਹੈ? ਪੰਜਾਬ ਐਗਰੋ ਨੇ ਜੋ FCI ਕਣਕ ਝੋਨਾ ਖਰੀਦੀ ਉਸ ਤੋਂ ਇਲਾਵਾ ਕੀ ਖਰੀਦੀ ਹੈ? ਪੰਜਾਬ ਵੇਅਰ ਹਾਊਸ ਕੀ ਖਰੀਦੀ ਹੈ? ਇਹ ਨਾ ਜਿਹੜੀਆਂ ਬਣਾ ਕੇ ਰੱਖੀਆਂ ਆ, ਇਹ ਜਿਹੜੇ ਚਿੱਟੇ ਹਾਥੀ ਖੜੇ ਕੀਤੇ ਆ 60 ਮੰਨ ਲਓ ਇੰਨਾ ਚਿਰ ਹੋ ਗਿਆ, ਇਹਨਾਂ ਨੂੰ ਕਦੀ ਕੰਮ ਨਹੀਂ ਦਿੱਤਾ
ਤੁਸੀਂ ਕੇਂਦਰ ਸਰਕਾਰ ਤੋਂ ਲੋਨ ਲੈ ਕੇ ਅੱਜ ਜਿਹੜਾ ਕਰਜ਼ਾਈ ਹੋਏ ਪਏ, ਜਿਹੜਾ 35,000 ਦਾ ਜਿਹੜਾ ਗਵਨ ਕੀਤਾ ਸੀ ਜਿਹੜਾ ਅਕਾਲੀਆਂ ਨੇ, ਜਿਨ੍ਹਾਂ ਨੂੰ ਅਸੀਂ ਉਹਨਾਂ ਨੂੰ ਸੰਭਾਲਣਾ ਸੀ, ਕਿਉਂਕਿ ਜੇ ਅਸੀਂ ਉਹਨਾਂ ਦੇ ਉੱਤੇ ਉਸ ਪਾਸੇ ਤੁਰ ਪੈਂਦੇ ਪੰਜਾਬ ਦਾ ਕਿਸਾਨ ਮਰ ਜਾਣਾ ਸੀ। ਜਿੰਨਾ ਘੁਟਾਲਾ ਅਕਾਲੀਆਂ ਨੇ ਕੀਤਾ 31,000 ਕਰੋੜ ਰੁਪਏ ਦਾ, ਇਹ ਜਿਹੜੀਆਂ 4-5 ਏਜੰਸੀਆਂ ਇਹਨਾਂ ਦੇ ਮਾਧਿਅਮ ਦੇ ਨਾਲ ਖਾ ਗਏ। ਔਰ ਜਦੋਂ ਇਹ ਕਾਂਗਰਸ ਨੇ ਇਸੇ ਨਹੀਂ ਸਵਾਲ ਉਠਾਇਆ ਸੀ ਤੇ ਅਸੀਂ ਇਹ ਕਿਹਾ ਸੀ ਕਿ ਜੇ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਰਕੇ ਬਾਕੀ ਇਹਨਾਂ ਦਾ ਰੋਕ ਦਿੱਤਾ ਤਾਂ ਮਰਨਾ ਕੌਣ ਹੈ? ਕਿਸਾਨ ਮਰ ਜਾਏਗਾ, ਕਿਉਂਕਿ ਤੁਸੀਂ ਪੈਡੀ ਖਰੀਦਣ ਦੀ ਸਮਰੱਥ ਹੈ ਨਹੀਂ, ਕਿਉਂਕਿ ਕੇਂਦਰ ਪੈਸਾ ਨਹੀਂ ਦੇਗਾ। ਤੁਸੀਂ ਕਹੋਗੇ ਸਾਡਾ ਪਹਿਲਾਂ ਦਿਓ, ਹਿਸਾਬ ਮੰਗਿਆ ਸੀ, ਜਦ ਕਿ ਇਹ ਸਟੋਰ ਕਰਦੇ ਉਹਦੀ ਪੇਮੈਂਟ ਵੀ ਹੁੰਦੀ ਹੈ ਔਰ ਇਹਨੂੰ ਵਾਪਸ ਖਰੀਦ ਕੇ ਇਹ ਆਪਣੀ ਕਮਿਸ਼ਨ ਲੈ ਕੇ ਭਾਵ ਸੈਂਟਰ ਗਵਰਨਮੈਂਟ ਦੇ ਉੱਤੇ ਹੋਰ ਬੋਝ ਪਾ ਕੇ ਤੇ ਆਪਣਾ ਜਿਹੜਾ ਖਰਚ ਕਰ ਰਹੇ ਆ ਔਰ ਉਹਦੇ ਚ ਵੀ ਘੁਟਾਲੇ ਕਰਕੇ ਜਿਹੜਾ ਕਰ ਰਹੇ ਨੇ। ਅੱਜ ਤੱਕ ਕਿਸਾਨੀ ਦੇ ਲਈ ਪੰਜਾਬ ਐਗਰੋ ਨੇ ਕੀ ਕੀਤਾ, ਮੈਨੂੰ ਉਹ ਦੱਸ ਦਿਓ, ਉਹ ਔਜ਼ਾਰ ਦੱਸ ਦਿਓ ਜਿਹੜਾ ਪੰਜਾਬ ਐਗਰੋ ਨੇ ਛੋਟੇ ਫਾਰਮਰ ਲਈ 2 ਏਕੜ ਦਾ ਲਈ ਬਣਾਇਆ। ਕੋਈ ਇੱਕ ਦੱਸ ਦਿਓ ਉਹਦਾ ਕੰਮ ਸੀ, ਹਲ ਬਣਾਉਣਾ, ਕੰਪੈਨ ਬਣਾਉਣਾ, ਇਹ ਕਰਨਾ। ਅੱਜ ਕਿਸਾਨ ਜਿਹੜਾ ਆ ਵੱਡਾ ਤਾਂ ਰਿਹਾ, ਮੰਨ ਲਓ ਜਿਹੜਾ ਬੜਿਆਂ ਕੋਲ ਤਾਂ ਹੋਊਗਾ, ਛੋਟਾ ਕਿਸਾਨ ਜਿਹੜਾ ਆ ਉਹ ਤਾਂ ਕਰਜ਼ਾ ਲਏਗਾ। ਠੀਕ ਹੈ, ਕਰਜ਼ਾ ਲਏਗਾ ਤਾਂ ਵੱਡਾ ਟਰੈਕਟਰ ਲਏਗਾ ਜਾਂ ਵੱਡੀ ਮਸ਼ੀਨ ਲਏਗਾ, ਉਹਨੇ ਕੀ ਲੈਣਾ ਦੇਣਾ। ਉਹ ਛੋਟੇ ਜਿਹੜੇ ਕੰਮ ਦੇ ਲਈ ਪੰਜਾਬ ਐਗਰੋ ਨੇ, ਮੈਨੂੰ ਨਹੀਂ ਪਤਾ, ਤੁਸੀਂ ਦੱਸ ਦਿਓ ਕੀ ਬਣਾਇਆ। ਤੁਹਾਡੇ ਕੋਈ ਧਿਆਨ ਚ ਆਇਆ ਹੋਵੇ, ਤੁਸੀਂ ਪੰਚਾਇਤਨਾਮਾ ਕਰਦੇ ਤਾਂ ਮਤਲਬ ਤੁਹਾਡਾ ਸਿੱਧਾ ਪਿੰਡਾਂ ਦੇ ਨਾਲ ਲਿੰਕ ਹੈ। ਤੁਸੀਂ ਜਾ ਕੇ ਪਿੰਡਾਂ ਵਾਲਿਆਂ ਨੂੰ ਕਹੋ ਕਿ ਜਿਹੜਾ ਪਨ ਐਗਰੋ ਨੇ ਕਿਹੜੀ ਐਸੀ ਚੀਜ਼ ਔਜ਼ਾਰ ਬਣਾ ਕੇ ਤੁਹਾਨੂੰ ਦਿੱਤੀ ਜਿਹੜਾ 70 ਸਾਲ ਤੋਂ ਤਨਖਾਹਾਂ ਖਾਈ ਜਾਂਦੇ ਆ। ਇੱਕ IAS ਅਫਸਰ ਰੱਖੇ ਆ ਤੁਸੀਂ, ਉੱਤੇ ਚੇਅਰਮੈਨ ਬਣਾਉਣੇ ਆ, ਇੰਨਾ ਉਹਦੇ ਤੇ ਖਰਚਾ ਕਰਦੇ ਆ, ਜਿਹੜੇ ਗਡਾਊਨ ਬਣਾਏ ਆ, ਉਹ ਕਮਾਈ ਜਿਹੜੀ ਤੁਹਾਡੇ ਲਈ ਵਧਾਉਣ ਦੇ ਵਿੱਚ ਕੁਝ ਅਦਾ ਕੀਤਾ ਹੋਵੇ ਉਹ ਦੱਸ ਦਿਓ। ਤੁਹਾਡੇ ਵੇਅਰ ਹਾਊਸ ਨੇ, ਪੰਜਾਬ ਵੇਅਰ ਹਾਊਸ ਦਾ ਕੰਮ ਆ ਕਿ ਜਿਹੜੇ ਸੁੱਕਾ ਅਨਾਜ, ਮੱਕੀ ਖਰੀਦਣੀ, ਦਾਲਾਂ ਖਰੀਦਣੀਆਂ, ਇਹ ਕਰਨਾ। ਹਰਿਆਣਾ ਖਰੀਦਾ ਨੈਫਟ ਦੇ ਮਾਧਿਅਮ, ਤੁਸੀਂ ਕਿਉਂ ਨਹੀਂ ਕਰਦੇ? ਹਰਿਆਣੇ ਦੀ ਗੱਲ ਤੁਸੀਂ ਕਰਦੇ ਆ, ਉਹ ਸਾਰਾ ਯੂਪੀ ਬਿਹਾਰ ਜਿਹੜਾ ਆ ਉਹ ਤੁਹਾਨੂੰ ਪੰਜਾਬ ਦੀ ਜਿਹੜਾ ਤੁਸੀਂ ਰੌਲਾ ਪਾਉਣ ਦੇ, ਉਹ ਦਾਲਾਂ ਜਿਹੜੀਆਂ ਉਹਨਾਂ ਦੀਆਂ ਖਰੀਦੀਆਂ ਜਾਂਦੀਆਂ। ਬਿਲਕੁਲ। ਔਰ ਬਹੁਤ ਸਾਰੀ ਮੰਨ ਲਓ ਬਾਕੀ ਸਾਰੀ ਜਗ੍ਹਾ ਦੇ ਉੱਤੇ ਪੂਰੇ ਹਿੰਦੁਸਤਾਨ 'ਚ ਨੈਫਟ ਕੰਮ ਕਰਦਾ, ਹਰਿਆਣੇ 'ਚ ਕਰਦਾ, ਪੰਜਾਬ 'ਚ ਕਿਉਂ ਨਹੀਂ ਤੁਸੀਂ ਕਰਵਾਉਂਦੇ? ਕਿਉਂ ਕਿ ਤੁਸੀਂ ਆਪਣੀ ਏਜੰਸੀਆਂ ਬਣਾਈਆਂ ਔਰ ਆਪਣੀ ਏਜੰਸੀਆਂ ਦੇ ਮਾਧਿਅਮ ਨਾਲ ਤੁਸੀਂ ਸਵਾਏ ਕੇਂਦਰ ਦਾ ਪੈਸਾ, ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਚਾਹੇ ਅਕਾਲੀ ਦਲ ਦੀ ਰਹੀ, ਸਾਨੂੰ ਲਾਗੇ ਨਹੀਂ ਲੱਗਣ ਦਿੱਤਾ ਔਰ ਆਪ ਪੈਸੇ ਡਕਾਰੇ ਆ। ਕਿਸਾਨ ਦਾ ਕਦੇ ਫਾਇਦਾ ਨਹੀਂ ਕੀਤਾ ਔਰ ਇਹ ਕਿਸਾਨ ਨੂੰ ਗੁੰਮਰਾਹ ਕਰਨ ਵਾਲੇ ਠੱਗ ਜਿਹੜੇ ਆ ਉਹ ਗਾਂ ਨੂੰ ਬੱਕਰੀ ਬਣਾ ਰਹੇ ਆ। ਹਕੀਕਤ ਦੇ ਵਿੱਚ ਮੈਂ ਫੇਰ ਕਹਾਂਗਾ ਕਿ ਤੁਸੀਂ ਬਾਅਦ ਚ ਕਿਤੇ ਕਹੋਗੇ, ਮੇਰੇ ਕੋਲ ਬਹੁਤ ਲੰਬੀ ਡਿਟੇਲ ਹੈ ਇਹਦੇ ਵਾਸਤੇ, ਕਿ ਤੁਸੀਂ ਜਿੰਨੀ ਕਹੋਗੇ ਕਿ ਅੱਜ ਕਿਉਂ ਨਹੀਂ ਕੀਤਾ, ਤੁਸੀਂ ਜਿਹੜਾ ਵੇਅਰ ਹਾਊਸ 'ਚ ਕੀ ਕੀਤਾ ਆ, ਤੁਸੀਂ ਪੰਜ ਸਾਹਿਬ 'ਚ ਦੱਸ ਦਿਓ ਕੀ ਕੀਤਾ ਆ। ਪੰਜ ਸਾਹਿਬ ਦਾ ਘਾਟਾ ਪੈ ਗਿਆ, ਕਪਲਾ ਹੋ ਗਿਆ, ਕੇਂਦਰ ਤੋਂ ਪੈਸੇ ਲੈ ਡਕਾਰ ਕੇ ਖਤਮ। ਸੋ ਡਕਾਰਨ ਵਾਲੇ ਮਹਿਕਮੇ ਬਣਾ ਕੇ ਤੁਸੀਂ ਕਿਸਾਨਾਂ ਦੇ ਹਿਤੈਸ਼ੀ ਬਣ ਜਾਓ, ਮੋਟੀਆਂ ਰਕਮਾਂ ਡਕਾਰ ਕੇ ਆਪਣੀ ਰਾਜਨੀਤੀਆਂ ਕਰੋ ਔਰ ਤੁਸੀਂ ਕਹੋ ਕਿ ਅਸੀਂ ਕਿਸਾਨਾਂ ਦੇ ਹਿੱਤੀ ਆ। ਐਸਾ ਨਹੀਂ ਹੈ। ਕਿਸਾਨਾਂ ਨੂੰ ਆਪਣੀਆਂ ਅੱਖਾਂ ਖੋਲਣੀਆਂ ਚਾਹੀਦੀਆਂ। ਜਾ ਕੇ ਪੁੱਛਣ, ਦੱਸੋ ਮਾਰਕਫੈਡ ਸਾਡੇ ਲਈ ਕਿਉਂ ਬਣਾਈ ਹੈ? ਜਾ ਕੇ ਪੁੱਛਣ ਪੰਜਾਬ ਐਗਰੋ ਸਾਡੇ ਲਈ ਕਿਉਂ ਬਣਾਈ ਹੈ? ਜਾ ਕੇ ਪੁੱਛਣ ਸਾਡੇ ਲਈ ਵੇਅਰ ਹਾਊਸ ਜਿਹੜਾ ਬਣਿਆ ਸੀ ਉਹ ਕੀ ਕਰਦਾ ਹੈ? ਕਿਸਾਨ ਨੇ ਕਦੀ ਪੁੱਛਿਆ? ਨਹੀਂ ਪੁੱਛਿਆ। MSP ਮੰਗੀ ਜਾਂਦਾ ਦੂਸਰੀਆਂ ਫਸਲਾਂ ਤੇ, ਇਹ ਵੀ ਪੁੱਛੋ ਕਿਉਂ ਨਹੀਂ ਮਿਲਿਆ? ਉਹਦਾ ਕਾਰਨ ਇਹੀ ਆ ਕਿ ਜਿਹੜੀਆਂ ਕਾਬਜ਼ ਸਰਕਾਰਾਂ ਸੀ ਉਹ ਤੁਹਾਨੂੰ ਦੇਣਾ ਕੁਛ ਨਹੀਂ ਚਾਹੁੰਦੀਆਂ ਸੀ। ਮੋਦੀ ਜੀ ਤੁਹਾਨੂੰ ਦੇਣਾ ਚਾਹ ਰਹੇ ਆ ਔਰ ਤੁਹਾਨੂੰ, ਕਿਉਂਕਿ ਜੇ ਉਹ ਤੁਹਾਨੂੰ ਮਿਲ ਗਿਆ ਤੇ ਇਹਨਾਂ ਦੇ ਜਿਹੜਾ ਡਕਾਰਨ ਵਾਲਾ ਕੰਮ ਆ, ਜਿਹੜਾ ਇਹ ਜਿਹੜਾ ਵਿਚੋਲੀਆ ਨਹੀਂ, ਇਹ ਜਿਹੜੀਆਂ ਸਰਕਾਰ ਦੀਆਂ ਏਜੰਸੀਆਂ ਆ, ਖਤਮ ਹੀ ਨਹੀਂ। ਤੁਸੀਂ ਦੇਖੋ ਵਿਚੋਲੀਆ ਸ਼ਬਦ ਤੁਸੀਂ ਬਹੁਤ ਸਾਰੀ ਜਗ੍ਹਾ ਤੇ ਮੈਨੂੰ ਲੱਗਦਾ ਕਿ ਵੀ ਤੁਸੀਂ ਆੜਤੀ ਵੀਰਾਂ ਦੇ ਲਈ ਕਹਿੰਦੇ। ਵਿਚੋਲੀਆ ਸ਼ਬਦ ਆੜਤੀ ਵੀਰ ਨਹੀਂ ਹੈਗੇ, ਉਹ ਤਾਂ ਉਹਦੀ ਇੱਛਾ ਆ, ਕਿਸਾਨ ਦੀ ਇੱਛਾ ਜਾਣਨਾ ਦੇ। ਤੁਸੀਂ ਮਾਰਕਫੈਡ ਨਾ ਖਰੀਦਿਆ, ਤੁਸੀਂ ਉਹਦੇ ਮੈਂ ਇਹ ਵੀ ਵਿਚੋਲੀਆ ਆ, ਪੰਜਾਬ ਐਗਰੋ ਵੀ ਵਿਚੋਲੀਆ ਆ, ਜਿਹੜਾ ਜਿਹੜਾ ਤੁਹਾਡਾ ਪੰਜਾਬ ਹਾਊਸ ਵੇਅਰ ਹਾਊਸ ਆ ਉਹ ਵੀ ਵਿਚੋਲੀਆ। ਦੱਸੋ ਕਰਦੇ ਕੀ ਆ ਤੁਸੀਂ? ਕਿਸਾਨਾਂ ਲਈ ਕੀ ਦੇ ਰਹੇ ਹੋ? ਠੀਕ ਹੈ ਨਾ। ਔਰ ਜਦੋਂ ਤੁਸੀਂ ਬਣਾਇਆ, ਅਸੀਂ ਕੇਂਦਰ ਸਰਕਾਰ ਤੋਂ ਪੈਸਾ ਲਿਆਣ ਕੇ ਦਿੰਨੇ ਆ, ਔਜ਼ਾਰ ਬਣਾ ਲਓ, ਇਹ ਕਰ ਲਓ, ਸਭ ਡਕਾਰ ਜਾਂਦੇ ਨੇ। ਫਸਲਾਂ ਖਰੀਦ ਕੇ ਉਹ ਡਕਾਰ ਜਾਂਦੇ ਨੇ। ਜੇ ਅੱਜ ਸਿੱਧਾ ਕਿਸਾਨ ਵੇਚਣ ਲੱਗ ਪਿਆ ਤੇ ਇਹਨਾਂ ਦੀ ਉਹ ਜਿਹੜੀ ਹੈ ਨਾ
ਉਹ ਜਿਹੜੀ ਅੰਦਰ ਖਾਤੇ 'ਚ ਇਹ ਡਕਾਰਨ ਵਾਲਾ ਕੰਮ ਉਹ ਸਰਕਾਰਾਂ ਦਾ ਬੰਦ ਹੋ ਜਾਣਾ। ਅਕਾਲੀ ਦਲ ਨੂੰ ਲੱਗਦਾ ਕਿ ਕੱਲ ਨੂੰ ਅਸੀਂ ਆ ਗਏ ਤੇ ਸਾਡਾ ਇਸ ਕਰਕੇ ਦੱਸੀਏ ਨਾ ਕਿ ਕੱਲ ਨੂੰ ਅਸੀਂ ਖਾ ਜਾਣਾ, ਜੇ ਰੌਲਾ ਪੈ ਗਿਆ ਤਾਂ ਲੋਕਾਂ ਦਾ ਹਿਸਾਬ ਸਾਡੇ ਤੋਂ ਵੀ ਮੰਗਣਾ। ਕਾਂਗਰਸੀ ਕਹਿੰਦੇ ਕਿ ਅਸੀਂ ਜੇ ਹੁਣ ਦੱਸਤਾ ਤੇ ਸਾਨੂੰ ਅਸੀਂ ਕਿੱਦਾਂ ਆਪਣੀ ਪਹੁੰਚ ਚਲਾਣਾ ਹੈ ਰਾਜਨੀਤੀ 'ਚ, ਤੇ ਅਸੀਂ ਕਿੱਦਾਂ ਖਾਵਾਂਗੇ। ਔਰ ਜਿਹੜੇ ਬਾਕੀ ਆ ਕਿ ਹੋਰ ਆਮ ਆਦਮੀ ਪਾਰਟੀ ਤਾਂ ਹਾਲੇ ਇੱਕ ਸੱਤਾ 'ਚ ਆਈ ਨਹੀਂ, ਪਰ ਜਿਹੜੇ ਬਾਕੀ ਤਾਂ ਆ ਹੀ ਗਏ ਨਾ। ਔਰ ਇਹਨਾਂ ਨੂੰ ਸਿਰਫ ਚਿੰਤਾ ਇਹ ਨਹੀਂ ਹੈ ਕਿ ਕਿਸਾਨ ਦਾ ਕੀ ਨੁਕਸਾਨ ਹੋ ਰਿਹਾ, ਚਿੰਤਾ ਇਹ ਆ ਕਿ ਸਾਡੀ ਡਕਾਰਨ ਵਾਲੀ ਰਕਮ ਉਹ ਸਿੱਧੀ ਕਿਸਾਨਾਂ ਦੇ ਸਾਹਮਣੇ ਆ ਜਾਣੀ ਆ। ਇਹ ਕਾਰਨ ਜਿਹੜੇ ਆ ਇਹ ਵਿਰੋਧ ਕਰਦੇ ਆ, ਹੋਰ ਕਾਰਨ ਤਾਂ ਕੁਝ ਵੈਸੇ ਮੈਂ ਇਹਦੇ ਲਈ ਤੁਹਾਨੂੰ ਧੰਨਵਾਦ ਦੇਣਾ ਚਾਹਾਂਗਾ। ਹੁਣ ਅਸੀਂ ਵੀ ਪੰਚਾਇਤਨਾਮਾ ਦੇ ਮਾਧਿਅਮ ਨਾਲ ਇਹਨਾਂ ਏਜੰਸੀਆਂ ਦੀ ਪੜਤਾਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਇਹ ਅਸਲ 'ਚ ਵੀ ਕੀ ਕੰਮ ਕਰਦੀਆਂ। ਪਰ ਮੈਂ ਕਹਾਂਗਾ ਕਿ ਜਦੋਂ ਤੁਸੀਂ ਸੱਚ ਇਹ ਲੈ ਕੇ ਆਉਂਗੇ ਔਰ ਕਿਸਾਨ ਨੂੰ ਦੱਸ ਦਿਓ ਕਿ ਮੋਦੀ ਜੀ ਨੇ ਇਹ ਜਿਹੜੇ ਬਿੱਲ ਬਣਾਏ ਆ ਉਹ ਇਸ ਕਰਕੇ ਬਣਾਏ ਆ ਕਿ ਇਹ ਜਿਹੜੀਆਂ ਤੁਹਾਡੀਆਂ ਗ੍ਰਾਂਟਾਂ ਡਕਾਰਨ ਡਏ ਆ, ਔਰ ਮੋਦੀ ਜੀ ਨੇ ਤੈਅ ਕੀਤਾ ਕਿ ਜਿਹੜੀਆਂ ਗ੍ਰਾਂਟਾਂ ਡਕਾਰਨ ਵਾਲਿਆਂ ਨੂੰ ਪੈਸੇ ਦੇਣ ਦੀ ਬਜਾਏ ਉਹ ਸਿੱਧੇ ਕਿਸਾਨ ਨੂੰ ਦਈਏ। ਔਰ ਜਦੋਂ ਅਸੀਂ ਖਾਦ ਦੀ ਗੱਲ ਵੀ ਕਰ ਲਈਏ ਕਿ ਖਾਦ ਜਿਹੜੀ ਅੱਜ ਸਿੱਧੀ ਕਿਸਾਨ ਦੀ ਜਨ ਮਿਲਦੀ ਹੈ। ਜਦੋਂ ਮੋਦੀ ਸਾਹਿਬ ਦੀ ਸਰਕਾਰ ਤੋਂ ਪਹਿਲਾਂ ਤੁਸੀਂ ਹਰ ਹਾੜੀ ਸੋਣੀ ਦੇ ਉੱਤੇ ਸੜਕਾਂ ਘੇਰ ਹੁੰਦੀਆਂ ਦੇਖਦੀਆਂ ਸੀ, ਕਿਸਾਨ ਕਹਿੰਦਾ ਸਾਨੂੰ ਯੂਰੀਆ ਨਹੀਂ ਮਿਲਿਆ, ਪੋਟਾਸ ਨਹੀਂ ਮਿਲੀ, ਸਾਨੂੰ ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਖਾਦ ਨਹੀਂ ਮਿਲਦੀ, ਬੀਜ ਨਹੀਂ ਸੀ ਮਿਲਦੇ। ਔਰ ਮੋਦੀ ਜੀ ਨੇ ਜਿਹੜਾ ਅੱਜ ਜਦੋਂ ਦੀ ਸਰਕਾਰ ਆਈ ਕਦੀ ਖਾਦ ਤੋਂ ਧਰਨਾ ਲੱਗਾ ਦੇਖਿਆ, ਕਦੀ ਖਾਦ ਦੀ ਕਮੀ ਦੇਖੀ, ਕਦੀ ਬੀਜ ਦੀ ਜਿਹੜੀ ਕਮੀਆਂ ਦੇਖੀ। ਔਰ ਇੰਨੀਆਂ ਗ੍ਰਾਂਟਾਂ ਖਾ ਕੇ ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਇੱਥੇ ਪੰਜਾਬ 'ਚ ਬੀਜ ਘੁਟਾਲਾ ਕਰ ਗਿਆ। ਉਹ ਕਿਸਾਨਾਂ ਦਾ ਧੋਖਾ ਦੇਣ ਵਾਲੇ ਅੱਜ ਕਿਸਾਨ ਹਿਤੈਸ਼ੀ ਬਣ ਗਏ। ਸੋ ਇਹ ਵੀ ਸੋਚਣ ਦੀ ਗੱਲ ਜ਼ਰੂਰ ਹੈ ਕਿ ਜਿਹੜੇ ਅੱਜ ਸਿਰਫ ਦੱਸਣ ਦੀ ਕਿਸਾਨਾਂ ਨੂੰ ਕਿ ਮੋਦੀ ਜੀ ਤੁਹਾਡੀ ਇਹਨਾਂ ਕਰਕੇ ਕੰਮ ਕਰਨਾ ਚਾਹੁੰਦੇ, ਇਸ ਕਰਕੇ ਕਿ ਇਹ ਜਿਹੜੀ ਤੁਹਾਡੇ ਨਾਂ ਦੇ ਉੱਤੇ ਮੋਟੀਆਂ ਰਕਮਾਂ ਟਕਾ ਰਹੇ ਨੇ, ਇਹ ਸਿੱਧੀ ਕਿਸਾਨ ਦੇ ਜੇਬ 'ਚ। ਥੈਂਕ ਯੂ। ਇਹ ਸਨ ਵਿਜੇ ਸਾਂਪਲਾ ਜੀ, ਜਿਨ੍ਹਾਂ ਨੇ ਇੱਕ ਬਹੁਤ ਅੱਛੀ ਔਰ ਪੁਰਾਣੀ ਕਹਾਣੀ ਯਾਦ ਦਿਲਾਈ ਔਰ ਉਹਦੇ ਮਾਧਿਅਮ ਦੇ ਨਾਲ ਆਪਣਾ ਮੈਸੇਜ ਦੇਣਾ ਚਾਹਿਆ ਕਿ ਜਿਹੜੀ ਇਸ ਵੇਲੇ ਮੂਵਮੈਂਟ ਚੱਲ ਰਹੀ ਹੈ ਉਹਦੇ ਵਿੱਚ ਸ਼ਾਮਲ ਲੋਕਾਂ ਨੂੰ ਥੋੜਾ ਜਿਹਾ ਦਿਮਾਗ ਦਾ ਔਰ ਤਰਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਗੱਲਬਾਤ ਦੇ ਰਸਤੇ ਖੁੱਲੇ ਨੇ, ਉਹ ਆ ਕੇ ਗੱਲ ਕਰ ਸਕਦੇ ਨੇ ਔਰ ਆਪਣੀ ਗੱਲ ਵੀ ਦੱਸ ਸਕਦੇ ਨੇ। ਅੱਜ ਦਾ ਇਹ ਪ੍ਰੋਗਰਾਮ ਬਹੁਤ ਤੁਹਾਨੂੰ ਅੱਛਾ ਲੱਗਾ ਹੋਵੇ ਤਾਂ ਸਾਨੂੰ ਹੌਸਲਾ ਦਿਓ, ਸਾਨੂੰ ਸਬਸਕ੍ਰਾਈਬ ਕਰੋ ਔਰ ਸਾਨੂੰ ਲਾਈਕ ਵੀ ਕਰੋ। ਮੈਂ ਇਸ ਮੌਕੇ ਤੇ ਫਿਰ ਦੁਬਾਰਾ ਵਿਜੇ ਸਾਂਪਲਾ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਪੰਚਾਇਤਨਾਮਾ ਦੇ ਸਟੂਡੀਓ 'ਚ ਆਏ ਔਰ ਉਹਨਾਂ ਨੇ ਆਪਣੇ ਵਿਚਾਰ ਦਿੱਤੇ। ਬਹੁਤ ਧੰਨਵਾਦ। ਥੈਂਕ ਯੂ।